आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 18। ਉਹ ਸਤਸੰਗ ਵਿੱਚ ਜਾਣ ਵਾਲਾ ਭਗਤ ਜਦੋਂ ਵੀ ਸਤਸੰਗ ਵਿੱਚ ਚੱਲਣ ਦੇ ਲਈ ਆਪਣੇ ਮਿੱਤਰ ਨੂੰ ਕਹਿੰਦਾ ਤਾਂ ਉਹ ਇਹੀ ਕਹਿੰਦਾ ਕਿ ਹੁਣ ਤਾਂ ਕੰਮ ਤੋਂ ਫੁਰਸਤ ਨਹੀਂ ਹੈ। 1 ਸਾਲ ਪਿੱਛੋਂ ਉਸ ਦੀ ਮੌਤ ਹੋ ਗਈ। ਉਸ ਦੀ ਅਰਥੀ ਚੁੱਕੇ ਕਿ ਕੁਲ ਦੇ ਲੋਕ ਤੇ ਨਗਰ ਨਿਵਾਸੀ ਚੱਲੇ ਨਾਲ ਸੈਂਕੜੇ ਨਗਰ ਮੁਹੱਲੇ ਦੇ ਵਿਅਕਤੀ ਵੀ ਨਾਲ ਚੱਲੇ। ਸਭ ਬੋਲ ਰਹੇ ਸਨ ਕਿ ਰਾਮ ਨਾਮ ਸਤ ਹੈ, ਸਤ ਬੋਲੇ ਗਤ ਹੈ। ਭਗਤ ਕਹਿ ਰਿਹਾ ਸੀ ਕਿ ਰਾਮ ਨਾਮ ਤਾਂ ਸਤ ਹੈ, परंतु अज भाई नू फुरसत है। नगर निवासी कह रहे सन कि सत बोले गत है। भगत कह रहा सी कि अज भाई नू फुरसत है। होर व्यक्ति उस भगत नू कहण लगे कि इस तरह ना बोल, इस दे घर वाले बुरा मन्नणगे। भगत ने कहा कि मैं तां इस तरह ही बोलूंगा। मैं इस मूर्ख नू हथ जोड़ के प्रार्थना कीती सी कि सत्संग विच चल कुछ भगती कर लै। ਇਹ ਕਹਿੰਦਾ ਸੀ कि हुण फुरसत अर्थात खाली समय नहीं है। ਅੱਜ ਇਸ ਨੂੰ ਪਰਮਾਨੈਂਟ ਫੁਰਸਤ ਹੈ। ਛੋਟੇ ਬੱਚੇ ਵੀ ਛੱਡ ਚੱਲਿਆ ਜਿਨ੍ਹਾਂ ਦੇ ਪਾਲਣ ਪੋਸ਼ਣ ਦਾ ਬਹਾਨਾ ਕਰਕੇ ਪਰਮਾਤਮਾ ਤੋਂ ਦੂਰ ਰਿਹਾ। ਭਗਤੀ ਕਰਦਾ ਤਾਂ ਖਾਲੀ ਹੱਥ ਨਹੀਂ ਜਾਂਦਾ, ਕੁਝ ਭਗਤੀ ਧਨ ਲੈ ਕੇ ਜਾਂਦਾ। ਬੱਚਿਆਂ ਦਾ ਪਾਲਣ ਪੋਸ਼ਣ ਤਾਂ ਪਰਮਾਤਮਾ ਕਰਦਾ ਹੈ। ਭਗਤੀ ਕਰਨ ਨਾਲ ਸਾਧਕ ਦੀ ਉਮਰ ਵੀ ਪਰਮਾਤਮਾ ਵਧਾ ਦਿੰਦਾ ਹੈ। ਭਗਤ ਜਨ ਐਸਾ ਵਿਚਾਰ ਕਰਕੇ ਭਗਤੀ ਕਰਦੇ ਹਨ। ਕਾਰਜ ਤਿਆਗ ਕੇ ਸਤਸੰਗ ਸੁਣਨ ਜਾਂਦੇ ਹਨ। ਭਗਤ ਵਿਚਾਰ ਕਰਦੇ ਹਨ ਕਿ ਪਰਮਾਤਮਾ ਨਾ ਕਰੇ ਸਾਡੀ ਮੌਤ ਹੋ ਜਾਏ, ਫਿਰ ਸਾਡੇ ਕਾਰਜ ਕੌਣ ਕਰੇਗਾ। ਅਸੀਂ ਇਹ ਮੰਨ ਲੈਂਦੇ ਹਾਂ ਕਿ ਸਾਡੀ ਮੌਤ ਹੋ ਗਈ, ਅਸੀਂ 3 ਦਿਨ ਦੇ ਲਈ ਮਰ ਗਏ। ਇਹ ਵਿਚਾਰ ਕਰਕੇ ਸਤਸੰਗ ਵਿੱਚ ਚੱਲੀਏ। ਆਪਣੇ ਨੂੰ ਮਰਿਆ ਮੰਨ ਲਓ ਅਤੇ ਸਤਸੰਗ ਵਿੱਚ ਚਲੇ ਜਾਣ। ਵੈਸੇ ਤਾਂ ਪਰਮਾਤਮਾ ਦੇ ਭਗਤਾਂ ਦਾ ਕਾਰਜ ਵਿਗੜਦਾ ਨਹੀਂ, ਫਿਰ ਵੀ ਅਸੀਂ ਮੰਨ ਲੈਂਦੇ ਹਾਂ ਕਿ ਸਾਡੀ ਗੈਰ ਹਾਜ਼ਰੀ ਵਿੱਚ ਕੁਝ ਖਰਾਬ ਹੋ ਗਿਆ ਤਾਂ 3 ਦਿਨ ਬਾਅਦ ਜਾ ਕੇ ਠੀਕ ਕਰ ਲਵਾਂਗੇ। ਜੇਕਰ ਅਸਲ ਵਿੱਚ ਟਿਕਟ ਕੱਟ ਗਈ ਅਰਥਾਤ ਮੌਤ ਹੋ ਗਈ ਤਾਂ ਪਰਮਾਨੈਂਟ ਕਾਰਜ ਵਿਗੜ ਗਿਆ, ਫਿਰ ਕਦੀ ਠੀਕ ਕਰਨ ਨਹੀਂ ਆ ਸਕਦੇ। ਇਸ ਸਥਿਤੀ ਨੂੰ ਜੀਵਤ ਮਰਨਾ ਕਹਿੰਦੇ ਹਨ। ਬਾਣੀ ਦਾ ਸ਼ੇਸ਼ ਸਰਲ ਅਰਥ ਦੁਵਾਦਸ ਮੱਧ ਮਹਲ ਮੱਠ ਬੌਰੇ ਬੌਰ ਨਾ ਦੇਹ ਤਰੈਰੇ। ਸਰਲ ਅਰਥ ਸ਼੍ਰੀਮਦ ਭਗਵਤ ਗੀਤਾ ਅਧਿਆਇ 15 ਸ਼ਲੋਕ 4 ਵਿੱਚ ਕਿਹਾ ਹੈ ਕਿ ਤੱਤਵ ਗਿਆਨ ਦੀ ਪ੍ਰਾਪਤੀ ਦੇ ਪਿੱਛੋਂ ਪਰਮੇਸ਼ਵਰ ਦੇ ਉਸ ਪਰਮ ਪਦ ਦੀ ਖੋਜ ਕਰਨੀ ਚਾਹੀਦੀ ਹੈ ਜਿੱਥੇ ਜਾਣ ਤੋਂ ਬਾਅਦ ਸਾਧਕ ਪਰਤ ਕੇ ਸੰਸਾਰ ਵਿੱਚ ਕਦੀ ਨਹੀਂ ਆਉਂਦੇ, ਅਰਥਾਤ ਉਹਨਾਂ ਦਾ ਪੁਨਰ ਜਨਮ ਨਹੀਂ ਹੁੰਦਾ, ਉਹ ਫਿਰ ਦੇਹ ਧਾਰਨ ਨਹੀਂ ਕਰਦੇ। ਸੂਖਸ਼ਮ ਵੇਦ ਦੀ ਇਹ ਬਾਣੀ ਇਹੀ ਸਪਸ਼ਟ ਕਰ ਰਹੀ ਹੈ ਕਿ ਉਹ ਪਰਮ ਧਾਮ ਦੁਵਾਦਸ ਅਰਥਾਤ 12ਵੇਂ ਦੁਆਰ ਨੂੰ ਪਾਰ ਕਰਕੇ ਉਸ ਪਰਮ ਧਾਮ ਵਿੱਚ ਜਾਇਆ ਜਾਂਦਾ ਹੈ। ਅੱਜ ਤੱਕ ਸਾਰੇ ਰਿਸ਼ੀ ਮਹਾਰਿਸ਼ੀ ਸੰਤ ਮੰਡਲੇਸ਼ਵਰ ਕੇਵਲ 10 ਦੁਆਰ ਦੱਸਿਆ ਕਰਦੇ, ਪਰੰਤੂ ਪਰਮੇਸ਼ਵਰ ਕਬੀਰ ਜੀ ਨੇ ਆਪਣੇ ਸਥਾਨ ਨੂੰ ਪ੍ਰਾਪਤ ਕਰਾਉਣ ਦਾ 7 ਮਾਰਗ 7 ਸਥਾਨ ਖੁਦ ਹੀ ਦੱਸਿਆ ਹੈ। ਉਹਨਾਂ ਨੇ 12ਵਾਂ ਦੁਆਰ ਦੱਸਿਆ ਹੈ। ਇਸ ਤੋਂ ਵੀ ਸਪਸ਼ਟ ਹੋਇਆ ਕਿ ਅੱਜ ਤੱਕ ਯਾਨੀ ਸਨ 2012 ਤੱਕ ਪੂਰਵ ਦੇ ਸਾਰੇ ਰਿਸ਼ੀਆਂ ਸੰਤਾਂ ਪੰਥਾਂ ਦੀ ਭਗਤੀ ਕਾਲ ਬ੍ਰਹਮ ਤੱਕ ਦੀ ਸੀ, ਜਿਸ ਕਾਰਨ ਜਨਮ ਮਰਨ ਦਾ ਚੱਕਰ ਚੱਲਦਾ ਰਿਹਾ। ਬਾਣੀ ਸੰਖਿਆ 5 दोजख बहशत सभी तय देखे राज पाट के रसिया, 3 लोक से त्रिपत नाही ए मन भोगी खसिया। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 19। सरल अर्थ तत्व ज्ञान ਦੇ ਅਭਾਵ ਵਿੱਚ ਪੂਰਨ ਮੋਕਸ਼ ਦਾ ਮਾਰਗ ਨਾ ਮਿਲਣ ਦੇ ਕਾਰਨ ਕਦੀ ਦੋਜ਼ਖ ਅਰਥਾਤ ਨਰਕ ਵਿੱਚ ਗਏ, ਕਦੀ ਬਹਿਸ਼ਟ ਅਰਥਾਤ ਸਵਰਗ ਵਿੱਚ ਗਏ, ਕਦੀ ਰਾਜਾ ਬਣ ਕੇ ਆਨੰਦ ਲਿਆ। ਜੇਕਰ ਇਸ ਮਾਨਵ ਨੂੰ 3 ਲੋਕ ਦਾ ਰਾਜ ਵੀ ਦੇ ਦੇਣ ਤਾਂ ਵੀ ਤ੍ਰਿਪਤੀ ਨਹੀਂ ਹੁੰਦੀ। ਉਦਾਹਰਨ, ਜੇਕਰ ਕੋਈ ਪਿੰਡ ਦਾ ਸਰਪੰਚ ਬਣ ਜਾਂਦਾ ਹੈ ਤਾਂ ਉਹ ਇੱਛਾ ਕਰਦਾ ਹੈ ਕਿ ਵਿਧਾਇਕ ਬਣੇ ਤਾਂ ਮੌਜ ਹੋਵੇ। ਵਿਧਾਇਕ ਇੱਛਾ ਕਰਦਾ ਹੈ ਕਿ ਮੰਤਰੀ ਬਣੇ ਤਾਂ ਗੱਲ ਕੁਝ ਅਲੱਗ ਹੋ ਜਾਏਗੀ। ਮੰਤਰੀ ਬਣ ਕੇ ਇੱਛਾ ਕਰਦਾ ਹੈ ਕਿ ਮੁੱਖ ਮੰਤਰੀ ਬਣਾ ਤਾਂ ਪੂਰੀ ਚੌਧਰ ਹੋਵੇ, ਆਨੰਦ ਹੀ ਨਿਆਰਾ ਹੋਏਗਾ, ਸਭ ਉੱਪਰ ਕਮਾਂਡ ਚੱਲੇਗੀ। ਮੁੱਖ ਮੰਤਰੀ ਬਣਨ ਦੇ ਪਿੱਛੋਂ ਪ੍ਰਬਲ ਇੱਛਾ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਬਣਾ ਤਾਂ ਜੀਵਨ ਸਾਰਥਕ ਹੋਵੇ, ਤਦ ਤੱਕ ਜੀਵਨ ਲੀਲਾ ਸਮਾਪਤ ਹੋ ਜਾਏਗੀ। ਫਿਰ ਗਧਾ ਬਣ ਕੇ ਕਮਿਆਰ ਦੇ ਲੱਠ ਯਾਨੀ ਡੰਡੇ ਖਾ ਰਿਹਾ ਹੋਏਗਾ। ਇਸ ਲਈ ਤੱਤਵ ਗਿਆਨ ਵਿੱਚ ਸਮਝਾਇਆ ਹੈ ਕਿ ਕਾਲ ਬ੍ਰਹਮ ਦੁਆਰਾ ਬਣਾਈ ਸਵਰਗ ਨਰਕ ਤੇ ਰਾਜਪਾਟ ਪ੍ਰਾਪਤੀ ਦੀ ਭੁੱਲ ਭੁਲਈਆ ਵਿੱਚ ਸਾਰਾ ਜੀਵਨ ਬੇਅਰਥ ਕਰ ਦਿੱਤਾ, ਕਿਤੇ ਸੰਤੋਸ਼ ਨਹੀਂ ਹੋਇਆ। ਇਹ ਮਨ ਐਸਾ ਖੁਸਰਾ ਯਾਨੀ ਹਿਜੜਾ ਹੈ। ਇੱਕ ਇਬਰਾਹੀਮ ਸੁਲਤਾਨ ਅਦਮ ਨਾਮ ਦਾ ਬਲਖ ਸ਼ਹਿਰ ਦਾ ਰਾਜਾ ਸੀ। ਉਹ ਪੂਰਵ ਜਨਮ ਦਾ ਬਹੁਤ ਅੱਛਾ ਭਗਤ ਸੀ।
ਪਰੰਤੂ ਵਰਤਮਾਨ ਦੇ ਐਸ਼ਵਰੀਏ ਵਿੱਚ ਮਸਤ ਹੋ ਕੇ ਪਰਮਾਤਮਾ ਨੂੰ ਭੁੱਲ ਚੁੱਕਾ ਸੀ। ਰਾਜ ਦੇ ਠਾਠ ਵਿੱਚ ਤੇ ਮਹਿਲਾ ਵਿੱਚ ਆਨੰਦ ਮਾਣ ਬੈਠਾ ਸੀ। ਇੱਕ ਦਿਨ ਪਰਮਾਤਮਾ ਨੇ ਸਤਲੋਕ ਤੋਂ ਆ ਕੇ ਇੱਕ ਯਾਤਰੀ ਦਾ ਰੂਪ ਬਣਾ ਕੇ ਰਾਜਾ ਦੇ ਮਹਿਲ ਵਿੱਚ ਗਏ ਤੇ ਕਿਹਾ ਕਿ ਇਹ ਸਰਾਏ ਵਾਲੇ ਇੱਕ ਕਮਰਾ ਕਿਰਾਏ ਉੱਤੇ ਦੇ ਪੈਸੇ 10 ਰਾਤ ਬਿਤਾਨੀ ਹੈ। ਰਾਜਾ ਨੇ ਕਿਹਾ ਕਿ ਇਹ ਭੋਲੇ ਯਾਤਰੀ ਆਪ ਨੂੰ ਇਹ ਸਰਾਏ ਯਾਨੀ ਧਰਮਸ਼ਾਲਾ ਦਿਖਾਈ ਦਿੰਦੀ ਹੈ। ਮੈਂ ਰਾਜਾ ਹਾਂ ਅਤੇ ਇਹ ਮੇਰਾ ਮਹੱਲ ਹੈ। ਯਾਤਰੀ ਰੂਪ ਵਿੱਚ ਪਰਮਾਤਮਾ ਨੇ ਪੁੱਛਿਆ ਕਿ ਆਪ ਤੋਂ ਪਹਿਲੇ ਇਸ ਮਹਿਲ ਵਿੱਚ ਕੌਣ ਰਹਿੰਦੇ ਸਨ? ਰਾਜਾ ਨੇ ਕਿਹਾ ਕਿ ਮੇਰੇ ਪਿਤਾ ਦਾਦਾ ਪੜਦਾਦਾ ਰਹਿੰਦੇ ਸਨ। ਯਾਤਰੀ ਰੂਪ ਵਿੱਚ ਪਰਮੇਸ਼ਵਰ ਨੇ ਪੁੱਛਿਆ ਕਿ ਆਪ ਕਿੰਨੇ ਦਿਨ ਰਹੋਗੇ ਇਸ ਮਹੱਲ ਵਿੱਚ? ਰਾਜਾ ਨੇ ਕਿਹਾ ਇੱਕ ਦਿਨ ਮੈਂ ਵੀ ਚਲਾ ਜਾਊਂਗਾ। ਇਹਨਾਂ ਨੂੰ ਛੱਡ ਕੇ ਪਰਮੇਸ਼ਵਰ ਬੋਲੇ ਕਿ ਇਹ ਸਰਾਏ ਨਹੀਂ ਤਾਂ ਕੀ ਹੈ? ਇਹ ਸਰਾਏ ਹੈ। ਜਿਵੇਂ ਤੇਰੇ ਬਾਪ ਦਾਦਾ ਗਏ ਐਸੇ ਹੀ ਤੂੰ ਚਲਾ ਜਾਏਗਾ, ਇਸ ਲਈ ਮੈਂ ਮਹਿਲਾਂ ਨੂੰ ਧਰਮਸ਼ਾਲਾ ਦੱਸਿਆ ਹੈ। ਰਾਜਾ ਨੂੰ ਅਸਲ ਦਾ ਗਿਆਨ ਹੋਇਆ। ਸੰਸਾਰ ਦੀ ਇੱਛਾ ਤਿਆਗ ਕੇ ਆਤਮ ਕਲਿਆਣ ਕਰਵਾਇਆ। ਸਦਾ ਰਹਿਣ ਵਾਲਾ ਸੁੱਖ ਤੇ ਅਮਰ ਜੀਵਨ ਪ੍ਰਾਪਤ ਕਰਨ ਦੇ ਲਈ ਦੀਖਿਆ ਲਈ ਅਤੇ ਆਜੀਵਨ ਭਗਤੀ ਕੀਤੀ, ਆਪਣਾ ਮਾਨਵ ਜੀਵਨ ਸਫਲ ਕੀਤਾ। ਬਾਣੀ ਸੰਖਿਆ 6। ਸਤਿਗੁਰੂ ਮਿਲੈ ਤੋ ਇੱਛਾ ਮਿਟੈ, ਪਦ ਮਿਲ ਪਦੈ ਸਮਾਨਾ। ਚਲ ਹੰਸਾ ਉਸ ਲੋਕ ਪਠਾਉ, ਜੋ ਆਦਿ ਅਮਰ ਅਸਥਾਨਾ। ਸਰਲ ਅਰਥ, ਜੇਕਰ ਤੱਤਵਦਰਸ਼ੀ ਸੰਤ ਸਤਿਗੁਰੂ ਮਿਲਣ ਤਾਂ ਉਪਰੋਕਤ ਗਿਆਨ ਦੱਸ ਕੇ ਕਾਲ ਬ੍ਰਹਮ ਦੇ ਲੋਕ ਦੀ ਸਾਰੀਆਂ ਵਸਤੂਆਂ ਤੋਂ ਅਤੇ ਪਦਾਂ ਤੋਂ ਇੱਛਾ ਸਮਾਪਤ ਕਰਕੇ ਪਦ ਮਿਲ ਪਦੇ ਸਮਾਨਾ। ਇਸ ਵਿੱਚ ਇੱਕ ਪਦ ਦਾ ਅਰਥ ਹੈ ਪद्धति ਅਰਥਾਤ ਸ਼ਾਸਤਰ ਵਿਧੀ ਅਨੁਸਾਰ ਸਾਧਨਾ। ਦੂਸਰੇ ਪਦ ਦਾ ਅਰਥ ਹੈ ਪਰਮ ਪਦ ਯਾਨੀ ਪਦਵੀ। ਸਤਿਗੁਰੂ ਸ਼ਾਸਤਰ ਵਿਧੀ ਅਨੁਸਾਰ ਪद्धति ਦੱਸ ਕੇ ਪਰਮੇਸ਼ਵਰ ਦੇ ਉਸ ਪਰਮ ਪਦ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਇੱਥੇ ਜਾਣ ਦੇ ਪਿੱਛੋਂ ਸਾਧਕ ਫਿਰ ਪਰਤ ਕੇ ਸੰਸਾਰ ਵਿੱਚ ਕਦੀ ਨਹੀਂ ਆਉਂਦੇ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 20। ਇਹ ਭਗਤ ਚੱਲ ਤੈਨੂੰ ਉਸ ਲੋਕ ਵਿੱਚ ਭੇਜ ਦੇਵਾ ਜੋ ਆਦਿ ਅਮਰ ਅਸਥਾਨ ਹੈ। ਅਰਥਾਤ ਗੀਤਾ ਅਧਿਆਇ 18 ਸਲੋਕ 62 ਵਿੱਚ ਵਰਣਿਤ ਸਨਾਤਨ ਪਰਮ ਧਾਮ ਹੈ, ਜਿੱਥੇ ਪਰਮ ਸ਼ਾਂਤੀ ਹੈ। ਬਾਣੀ ਸੰਖਿਆ 7। 4 ਮੁਕਤੀ ਜਹਾਂ ਚੰਪੀ ਕਰਤੀ, ਮਾਇਆ ਹੋ ਰਹੀ ਦਾਸੀ। ਦਾਸ ਗਰੀਬ ਅਬੈ ਪਦ ਪਰਸੈ, ਮਿਲੈ ਰਾਮ ਅਵਿਨਾਸੀ। ਸਰਲ ਅਰਥ, ਉਸ ਸਨਾਤਨ ਪਰਮ ਧਾਮ ਵਿੱਚ ਪਰਮ ਸ਼ਾਂਤੀ ਤੇ ਅਤਿਅਧਿਕ ਸੁਖ ਹੈ। ਕਾਲ ਬ੍ਰਹਮ ਦੇ ਲੋਕ ਵਿੱਚ 4 ਮੁਕਤੀ ਮੰਨੀ ਜਾਂਦੀ ਹੈ, ਜਿਸ ਨੂੰ ਪ੍ਰਾਪਤ ਕਰਕੇ ਸਾਧਕ ਆਪਣੇ ਆਪ ਨੂੰ ਧਨ ਮੰਨਦਾ ਹੈ। ਪਰੰਤੂ ਉਹ ਸਥਾਈ ਨਹੀਂ ਹਨ। ਕੁਝ ਸਮੇਂ ਉਪਰੰਤ ਪੁੰਨ ਸਮਾਪਤ ਹੁੰਦੇ ਹੀ ਫਿਰ 84 ਲੱਖ ਪ੍ਰਕਾਰ ਦੀਆਂ ਜ਼ੂਨੀਆਂ ਵਿੱਚ ਕਸ਼ਟ ਉਠਾਉਂਦਾ ਹੈ। ਪਰੰਤੂ ਉਸ ਸਤਲੋਕ ਵਿੱਚ ਚਾਰੋਂ ਮੁਕਤੀ ਵਾਲਾ ਸੁੱਖ ਸਦਾ ਬਣਿਆ ਰਹੇਗਾ। ਮਾਇਆ ਆਪ ਦੀ ਨੌਕਰਾਣੀ ਬਣ ਕੇ ਰਹੇਗੀ। ਸੰਤ ਗਰੀਬਦਾਸ ਜੀ ਨੇ ਦੱਸਿਆ ਹੈ ਕਿ ਅਮਰ ਲੋਕ ਵਿੱਚ ਜਾਣ ਦੇ ਪਿੱਛੋਂ ਪ੍ਰਾਣੀ ਨਿਰਭੈ ਹੋ ਜਾਂਦਾ ਹੈ ਅਤੇ ਉਸ ਸਨਾਤਨ ਪਰਮ ਧਾਮ ਵਿੱਚ ਉਹ ਅਵਿਨਾਸ਼ੀ ਰਾਮ ਅਰਥਾਤ ਪਰਮੇਸ਼ਵਰ ਮਿਲੇਗਾ। ਇਸ ਲਈ ਪੂਰਨ ਮੋਕਸ਼ ਦੇ ਲਈ ਸ਼ਾਸਤਰ ਅਨੁਕੂਲ ਭਗਤੀ ਕਰਨੀ ਚਾਹੀਦੀ ਹੈ, ਜਿਸ ਨਾਲ ਉਸ ਭਗਵਾਨ ਤੱਕ ਜਾਇਆ ਜਾ ਸਕਦਾ ਹੈ। ਉਪਰੋਕਤ ਬਾਣੀ ਤੇ ਪੂਰਵਕਤ ਵਿਵਰਣ ਤੋਂ ਸਪਸ਼ਟ ਹੋਇਆ ਕਿ ਸ੍ਰੀ ਬ੍ਰਹਮਾ ਜੀ, ਸ੍ਰੀ ਵਿਸ਼ਨੂੰ ਜੀ ਤੇ ਸ਼ਿਵ ਜੀ ਅਤੇ ਇਹਨਾਂ ਦੇ ਪਿਤਾ ਕਾਲ ਬ੍ਰਹਮ ਅਰਥਾਤ ਛਰ ਪੁਰਸ਼ ਤੇ ਅਕਸ਼ਰ ਪੁਰਸ਼ ਸਾਰੇ ਰਾਮ ਅਰਥਾਤ ਪ੍ਰਭੂ ਨਾਸ਼ਵਾਨ ਹਨ। ਕੇਵਲ ਪਰਮ ਅਕਸ਼ਰ ਬ੍ਰਹਮ ਹੀ ਅਵਿਨਾਸ਼ੀ ਰਾਮ ਅਰਥਾਤ ਪ੍ਰਭੂ ਹੈ। ਇਸ ਪਰਮੇਸ਼ਵਰ ਦੀ ਭਗਤੀ ਨਾਲ ਹੀ ਪਰਮ ਸ਼ਾਂਤੀ ਅਤੇ ਸਨਾਤਨ ਪਰਮ ਧਾਮ ਅਰਥਾਤ ਪੂਰਨ ਮੋਕਸ਼ ਪ੍ਰਾਪਤ ਹੋਏਗਾ, ਜਿੱਥੇ 4 ਮੁਕਤੀ ਦਾ ਸੁੱਖ ਸਦਾ ਰਹੇਗਾ। ਮਾਇਆ ਅਰਥਾਤ ਸਰਵ ਸੁੱਖ ਸੁਵਿਧਾਵਾਂ ਸਾਧਕ ਦੇ ਨੌਕਰ ਦੀ ਤਰ੍ਹਾਂ ਹਾਜ਼ਰ ਰਹਿੰਦੀਆਂ ਹਨ। ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ ਕਬੀਰ ਮਾਇਆ ਦਾਸੀ ਸੰਤ ਕੀ ਉਬੈਦੇ ਆਸ਼ੀਸ, ਵਿਲਸੀ ਔਰ ਲਾਤੋ ਛੜੀ, ਸੁਮਰ ਸੁਮਰ ਜਗਦੀਸ਼। ਭਾਵ ਅਰਥ, ਸਰਵ ਸੁੱਖ ਸੁਵਿਧਾਵਾਂ ਧਨ ਨਾਲ ਹੁੰਦੀਆਂ ਹਨ। ਉਹ ਧਨ ਸ਼ਾਸਤਰ ਵਿਧੀ ਅਨੁਸਾਰ ਭਗਤੀ ਕਰਨ ਵਾਲੇ ਸੰਤ ਭਗਤ ਦੀ ਭਗਤੀ ਦਾ ਸਵਤ ਯਾਨੀ ਆਪ ਮੁਹਾਰੇ ਹੋਣ ਵਾਲਾ, ਜਿਸ ਨੂੰ ਪ੍ਰਾਪਤ ਕਰਨ ਦਾ ਉਦੇਸ਼ ਨਹੀਂ, ਉਹ ਫਿਰ ਵੀ ਜ਼ਰੂਰ ਪ੍ਰਾਪਤ ਹੁੰਦਾ ਹੈ। ਬਾਈ ਪ੍ਰੋਡਕਟ ਯਾਨੀ ਉਹ ਪੁੱਤਪਾਦ ਹੁੰਦਾ ਹੈ। ਜਿਵੇਂ ਜਿਸ ਨੇ ਕਣਕ ਦੀ ਫਸਲ ਬੀਜੀ ਤਾਂ ਉਸ ਦਾ ਉਦੇਸ਼ ਕਣਕ ਦਾ ਅੰਨ ਪ੍ਰਾਪਤ ਕਰਨਾ ਹੈ, ਪਰੰਤੂ ਪੁਸ ਅਰਥਾਤ ਚਾਰਾ ਵੀ ਜ਼ਰੂਰ ਪ੍ਰਾਪਤ ਹੁੰਦਾ ਹੈ। ਚਾਰਾ ਤੂੜਾ ਕਣਕ ਦੇ ਅੰਨ ਦਾ ਬਾਈ ਪ੍ਰੋਡਕਟ ਯਾਨੀ ਉਪਉਤਪਾਦ ਹੈ। ਇਸ ਪ੍ਰਕਾਰ ਸਤ ਸਾਧਨਾ ਕਰਨ ਵਾਲੇ ਨੂੰ ਆਪ ਧਨ ਮਾਇਆ ਮਿਲਦੀ ਹੈ। ਸਾਧਕ ਉਸ ਨੂੰ ਭੋਗਦਾ ਹੈ, ਉਹ ਚਰਨਾਂ ਵਿੱਚ ਪਈ ਰਹਿੰਦੀ ਹੈ। ਅਰਥਾਤ ਧਨ ਦਾ ਅਭਾਵ ਨਹੀਂ ਰਹਿੰਦਾ, ਬਲਕਿ ਜ਼ਰੂਰਤ ਤੋਂ ਜ਼ਿਆਦਾ ਪ੍ਰਾਪਤ ਰਹਿੰਦੀ ਹੈ। ਪਰਮੇਸ਼ਵਰ ਦੀ ਭਗਤੀ ਕਰਕੇ ਮਾਇਆ ਦਾ ਵੀ ਆਨੰਦ ਭਗਤ ਸੰਤ ਪ੍ਰਾਪਤ ਕਰਦੇ ਹਨ ਅਤੇ ਪੂਰਨ ਮੋਕਸ਼ ਵੀ ਪ੍ਰਾਪਤ ਕਰਦੇ ਹਨ।
ਉਸੇ ਪ੍ਰਸੰਗ ਨੂੰ ਅੱਗੇ ਵਧਾਉਂਦੇ ਹਨ ਕਿ ਮਾਨਵ ਸਰੀਰ ਪ੍ਰਾਪਤ ਪ੍ਰਾਣੀ ਨੂੰ ਆਪਣੇ ਉਦੇਸ਼ ਯਾਦ ਰੱਖਣਾ ਚਾਹੀਦਾ ਹੈ। ਭਗਤੀ ਕਰਕੇ ਆਪਣਾ ਕਲਿਆਣ ਕਰਵਾਉਣਾ ਚਾਹੀਦਾ ਹੈ। ਸੂਖਸ਼ਮ ਵੇਦ ਵਿੱਚ ਇਹ ਲਿਖਿਆ ਹੈ ਕਿ ਰਾਗ ਆਸਾਵਰੀ ਸ਼ਬਦ ਨੰਬਰ 71, यह सौदा फिर नाही संतो, यह सौदा फिर नाही, लोहे जैसा ताव जात है काया देह सराही, तीन लोक और पवन चतुर्दश सब जग सौदे आही। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 21। दुगणे तिगुणे किए चौगुणे किन्हू मूल गवाही। भाव अर्थ, जिਵੇਂ ਦੋ ਵਪਾਰੀ ਯਾਨੀ ਬਿਜ਼ਨਸਮੈਨ ਦੂਰ ਕਿਸੇ ਸ਼ਹਿਰ ਵਿੱਚ ਸੌਦਾ ਕਰਨ ਗਏ ਅਤੇ 5-5 ਲੱਖ ਰੁਪਏ ਮੂਲ ਧਨ ਲੈ ਗਏ। ਇੱਕ ਨੇ ਆਪਣੇ ਧਨ ਦਾ ਸਦ ਉਪਯੋਗ ਕੀਤਾ, ਧਰਮਸ਼ਾਲਾ ਜਾਂ ਹੋਟਲ ਵਿੱਚ ਕਿਰਾਏ ਉੱਪਰ ਕਮਰਾ ਲਿਆ, ਸਮਾਨ ਖਰੀਦਿਆ ਅਤੇ ਮਹਿੰਗੇ ਮੁੱਲ ਵੇਚਿਆ, ਜਿਸ ਨਾਲ ਉਸਨੇ 20 ਲੱਖ ਰੁਪਏ ਹੋਰ ਕਮਾ ਲਿਆ। 2 ਸਾਲ ਵਿੱਚ ਵਾਪਸ ਆਪਣੇ ਘਰ ਆ ਗਿਆ, ਸਭ ਜਗ੍ਹਾ ਪ੍ਰਸ਼ੰਸਾ ਹੋਈ ਅਤੇ ਧਨੀ ਬਣ ਗਿਆ। ਦੂਸਰੇ ਨੇ ਵੀ ਜਾਂ ਧਰਮਸ਼ਾਲਾ ਵਿੱਚ ਕਮਰਾ ਕਿਰਾਏ ਉੱਪਰ ਲਿਆ, ਸ਼ਰਾਬ ਪੀਣ ਲੱਗਾ, ਵੇਸਿਆ ਉਹਦੇ ਨਾਚ ਦੇਖਦਾ, ਖਾਂਦਾ ਅਤੇ ਸੌ ਜਾਂਦਾ। ਉਸਨੇ ਆਪਣਾ ਮੂਲ ਧਨ 5 ਲੱਖ ਰੁਪਏ ਵੀ ਨਸ਼ਟ ਕਰ ਦਿੱਤਾ। ਵਾਪਿਸ ਘਰ ਆਇਆ ਤਾਂ ਰਿਣ ਯਾਨੀ ਕਰਜ਼ਾ ਹੋ ਗਿਆ, ਜਿਸ ਤੋਂ 5 ਲੱਖ ਰੁਪਏ ਉਧਾਰ ਲੈ ਕੇ ਗਿਆ ਸੀ। ਉਸਨੇ ਆਪਣੇ ਰੁਪਏ ਮੰਗੇ, ਨਾ ਦੇਣ ਉੱਤੇ ਉਸਨੂੰ ਆਪਣਾ ਮਜ਼ਦੂਰ ਰੱਖਿਆ, ਉਸ ਨਾਲ ਆਪਣਾ 5 ਲੱਖ ਦਾ ਧਨ ਪੂਰਾ ਕੀਤਾ। ਉਪਰੋਕਤ ਬਾਣੀ ਦਾ ਇਹੋ ਤਾਤਪਰਿਆ ਹੈ ਕਿ 3 ਲੋਕ ਯਾਨੀ ਸਵਰਗ ਲੋਕ, ਪਤਾਲ ਲੋਕ ਤੇ ਪ੍ਰਿਥਵੀ ਲੋਕ ਵਿੱਚ ਜਿੰਨੇ ਵੀ ਪ੍ਰਾਣੀ ਹਨ ਉਹ ਸਭ ਆਪਣਾ ਰਾਮ ਨਾਮ ਦਾ ਸੌਦਾ ਕਰਨ ਆਏ ਹਨ। ਕਿਸੇ ਨੇ ਤਾਂ ਦੁੱਗਣਾ, 3 ਗੁਣਾ, 4 ਗੁਣਾ ਧਨ ਕਮਾ ਲਿਆ, ਅਰਥਾਤ ਪੂਰਨ ਸੰਤ ਤੋਂ ਦੀਖਿਆ ਲੈ ਕੇ ਮਨੁੱਖ ਜੀਵਨ ਦੇ ਸਵਾਨਸਾਨ ਦੀ ਪੂੰਜੀ ਜੋ ਮੂਲ ਧਨ ਹੈ ਉਸ ਨੂੰ ਸਤ ਭਗਤੀ ਕਰਕੇ ਵਧਾਇਆ। ਹੋਰ ਵਿਅਕਤੀ ਜਿਸ ਨੇ ਭਗਤੀ ਨਹੀਂ ਕੀਤੀ ਜਾਂ ਸ਼ਾਸਤਰ ਵਿਧੀ ਨੂੰ ਤਿਆਗ ਕੇ ਮਨ ਮੁਖੀ ਆਚਰਣ ਕੀਤਾ ਜਾਂ ਅਣਅਧਿਕਾਰੀ ਗੁਰੂ ਤੋਂ ਦੀਖਿਆ ਲੈ ਕੇ ਭਗਤੀ ਕੀਤੀ, ਉਸ ਨੂੰ ਕੋਈ ਲਾਭ ਨਹੀਂ ਮਿਲਦਾ। ਇਹ ਪਵਿੱਤਰ ਗੀਤਾ ਅਧਿਆਇ 16 ਸ਼ਲੋਕ 23 ਅਤੇ 24 ਵਿੱਚ ਪ੍ਰਮਾਣ ਹੈ, ਜਿਸ ਕਾਰਨ ਉਸਨੇ ਵੀ ਆਪਣਾ ਮਨੁੱਖ ਜੀਵਨ ਦੇ ਸਵਾਨ ਸਰੂਪੀ ਮੂਲ ਧਨ ਨੂੰ ਸਤ ਭਗਤੀ ਬਿਨਾਂ ਨਸ਼ਟ ਕਰ ਲਿਆ। ਭਗਤੀ ਨਾ ਕਰਨ ਨਾਲ ਹਾਨੀ ਦਾ ਹੋਰ ਵਿਵਰਣ ਸ਼ਬਦ ਨੰਬਰ 71 ਦਾ ਬਾਕੀ, ਯਹ ਦਮ ਟੂਟੇ ਪਿੰਡਾ ਫੂਟੈ ਹੋ ਲੇਖਾ ਦਰਗਾਹ ਮਾਹੀ, ਉਸ ਦਰਗਾਹ ਮੇਂ ਮਾਰ ਪੜੇਗੀ ਯਮ ਪਕੜेंगे ਬਾਹੀ। ਨਰ ਨਾਰਾਇਣ ਦੇਹ ਪਾਏ ਕਰ ਫੇਰ 84 ਜਾਹੀ, ਉਸ ਦਿਨ ਕੀ ਮੋਹੇ ਡਰਨੀ ਲਾਗੇ ਲੱਜਾ ਰਹਿ ਕੇ ਨਾਹੀ। ਜਾਸ ਤੇ ਗੁਰੂ ਕੀ ਮੈਂ ਬਲਿਹਾਰੀ ਜੋ ਜਾਮਣ ਮਰਨ ਮਿਟਾਹੀ, ਕੁਲ ਪਰਿਵਾਰ ਤੇਰਾ ਕੁਟੰਬ ਕਬੀਲਾ ਮਸਲਤ ਇੱਕ ਠਹਿਰਾਹੀ। ਬਾਂਧ ਪੀਜਰੀ ਆਗੇ ਧਰ ਲਿਆ ਮਰਕਟ ਕੂ ਲੈ ਜਾਹੀ, अग्नि लगा दिया जब लांबा फूंक दिया उस ठाही, पुराण उठा फिर पंडित आए पीछे गरुड़ पढ़ाही। भाव अर्थ, ਇਹ ਦਮ ਅਰਥਾਤ ਸਵਾਂਸ ਜਿਸ ਦਿਨ ਸਮਾਪਤ ਹੋ ਜਾਣਗੇ ਉਸੇ ਦਿਨ ਇਹ ਸਰੀਰ ਰੂਪੀ ਪਿੰਡ ਛੁੱਟ ਜਾਏਗਾ। ਫਿਰ ਪਰਮਾਤਮਾ ਦੇ ਦਰਬਾਰ ਵਿੱਚ ਪਾਪ ਪੁੰਨਾਂ ਦਾ ਹਿਸਾਬ ਹੋਏਗਾ। ਭਗਤੀ ਨਾ ਕਰਨ ਵਾਲੇ ਜਾਂ ਸ਼ਾਸਤਰ ਵਿਰੁੱਧ ਭਗਤੀ ਕਰਨ ਵਾਲੇ ਨੂੰ ਯਮ ਦੇ ਦੂਤ ਪੂਜਾ ਪਕੜ ਕੇ ਲੈ ਜਾਣਗੇ, ਚਾਹੇ ਕੋਈ ਕਿਸੇ ਦੇਸ਼ ਦਾ ਰਾਜਾ ਵੀ ਕਿਉਂ ਨਾ ਹੋਵੇ। ਉਸ ਦੀ ਪਟਾਈ ਕੀਤੀ ਜਾਏਗੀ। ਸੰਤ ਗਰੀਬਦਾਸ ਨੂੰ ਪਰਮੇਸ਼ਵਰ ਕਬੀਰ ਜੀ ਮਿਲੇ ਸਨ, ਉਹਨਾਂ ਦੀ ਆਤਮਾ ਨੂੰ ਉੱਪਰ ਲੈ ਕੇ ਗਏ ਸਨ, ਸਾਰੇ ਬ੍ਰਹਿਮੰਡਾਂ ਨੂੰ ਦਿਖਾ ਕੇ ਸੰਪੂਰਨ ਅਧਿਆਤਮ ਗਿਆਨ ਸਮਝਾ ਕੇ ਵਾਪਸ ਸਰੀਰ ਵਿੱਚ ਛੱਡਿਆ ਸੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 22। ਸੰਤ ਗਰੀਬਦਾਸ ਜੀ ਅੱਖੀ ਦੇਖਿਆ ਹਾਲ ਬਿਆਨ ਕਰ ਰਹੇ ਹਨ ਕਿ ਇਹ ਮਾਨਵ ਆਪ ਨੂੰ ਨਰ ਸਰੀਰ ਮਿਲਿਆ ਹੈ, ਜੋ ਨਾਰਾਇਣ ਅਰਥਾਤ ਪਰਮਾਤਮਾ ਦੇ ਸਰੀਰ ਜਿਹਾ ਅਰਥਾਤ ਉਸੇ ਦਾ ਸਰੂਪ ਹੈ। ਹੋਰ ਪ੍ਰਾਣੀਆਂ ਨੂੰ ਇਹ ਸੁੰਦਰ ਸਰੀਰ ਨਹੀਂ ਮਿਲਿਆ। ਇਸ ਦੇ ਮਿਲਣ ਦੇ ਪਿੱਛੋਂ ਪ੍ਰਾਣੀ ਨੂੰ ਆਜੀਵਨ ਭਗਵਾਨ ਦੀ ਭਗਤੀ ਕਰਨੀ ਚਾਹੀਦੀ ਹੈ। ਅਜਿਹਾ ਪਰਮਾਤਮਾ ਸਵਰੂਪ ਸਰੀਰ ਪ੍ਰਾਪਤ ਕਰਕੇ ਸਤ ਭਗਤੀ ਨਾ ਕਰਨ ਦੇ ਕਾਰਨ ਫਿਰ 184 ਵਾਲੇ ਚੱਕਰ ਵਿੱਚ ਜਾ ਰਿਹਾ ਹੈ। ਤੀਕਾਰ ਹੈ ਤੇਰੇ ਮਾਨਵ ਜੀਵਨ ਨੂੰ, ਮੈਨੂੰ ਤਾਂ ਉਸ ਦਿਨ ਦੀ ਚਿੰਤਾ ਬਣੀ ਹੈ। ਡਰ ਲੱਗਦਾ ਹੈ ਕਿ ਕਿਤੇ ਭਗਤੀ ਘੱਟ ਬਣੇ ਅਤੇ ਉਸ ਪਰਮਾਤਮਾ ਦੇ ਦਰਬਾਰ ਵਿੱਚ ਪਤਾ ਨਹੀਂ ਇੱਜ਼ਤ ਰਹੇਗੀ ਜਾਂ ਨਹੀਂ। ਮੈਂ ਤਾਂ ਭਗਤੀ ਕਰਦੇ ਕਰਦੇ ਵੀ ਡਰਦਾ ਹਾਂ ਕਿ ਕਿਤੇ ਭਗਤੀ ਘੱਟ ਨਾ ਰਹਿ ਜਾਏ। ਆਪ ਤਾਂ ਭਗਤੀ ਹੀ ਨਹੀਂ ਕਰਦੇ, ਜੇਕਰ ਕਰਦੇ ਹੋ ਤਾਂ ਸ਼ਾਸਤਰ ਵਿਰੁੱਧ ਕਰ ਰਹੇ ਹੋ, ਤੁਹਾਡਾ ਤਾਂ ਬੁਰਾ ਹਾਲ ਹੋਏਗਾ। ਅਤੇ ਮੈਂ ਤਾਂ ਰਾਏ ਦਿੰਦਾ ਕਿ ਅਜਿਹਾ ਸਤਿਗੁਰੂ ਚੁਣੋ ਜੋ ਜਨਮ ਮਰਨ ਦੇ ਦੀਰਘ ਰੋਗ ਨੂੰ ਮਿਟਾ ਦੇਵੇ, ਸਮਾਪਤ ਕਰ ਦੇਵੇ। ਜੋ ਸਤ ਭਗਤੀ ਨਹੀਂ ਕਰਦੇ ਉਹਨਾਂ ਦਾ ਕੀ ਹਾਲ ਹੁੰਦਾ ਹੈ। ਮਰਨੇ ਦੇ ਪਿੱਛੋਂ ਆਸ-ਪਾਸ ਦੇ ਕੁਲ ਦੇ ਲੋਕ ਇਕੱਠੇ ਹੋ ਜਾਂਦੇ ਹਨ,
ਫਿਰ ਸਭ ਦੀ ਇੱਕ ਹੀ ਮਸਲਤ ਅਰਥਾਤ ਸਲਾਹ ਬਣਦੀ ਹੈ ਕਿ ਇਸ ਨੂੰ ਉਠਾਓ ਯਾਨੀ ਚੁੱਕ ਕੇ ਸ਼ਮਸ਼ਾਨ ਘਾਟ ਲਿਜਾ ਕੇ ਫੂਕ ਦਿੰਦੇ ਹਨ। ਲਾਠੀ ਜਾਂ ਜੈਲੀ ਦੀ ਖੋਦ ਯਾਨੀ ਠੋਕਰ ਮਾਰ-ਮਾਰ ਕੇ ਛਾਤੀ ਤੋੜਦੇ ਹਨ। ਸੰਪੂਰਨ ਸਰੀਰ ਨੂੰ ਜਲਾ ਦਿੰਦੇ ਹਨ। ਜੋ ਕੁਝ ਵੀ ਜੇਬ ਵਿੱਚ ਹੁੰਦਾ ਹੈ ਉਸ ਨੂੰ ਕੱਢ ਲੈਂਦੇ ਹਨ। ਫਿਰ ਸ਼ਾਸਤਰ ਵਿਧੀ ਤਿਆਗ ਕੇ ਮਨ ਮੰਨਿਆ ਆਚਰਣ ਕਰਾਉਣ ਅਤੇ ਕਰਨ ਵਾਲੇ ਉਸ ਸੰਸਾਰ ਤੋਂ ਚਲੇ ਗਏ ਜੀਵ ਦੇ ਕਲਿਆਣ ਦੇ ਲਈ ਗੁਰੂ ਗਰੁੜ ਪੁਰਾਣ ਦਾ ਪਾਠ ਕਰਦੇ ਹਨ। ਤੱਤਵ ਗਿਆਨ ਯਾਨੀ ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ ਆਪਣਾ ਜੀਵਨ ਪੂਰਾ ਕਰਕੇ ਉਹ ਜੀਵ ਚਲਾ ਗਿਆ ਪਰਮਾਤਮਾ ਦੇ ਦਰਬਾਰ ਵਿੱਚ ਉਸ ਦਾ ਹਿਸਾਬ ਹੋਏਗਾ। ਉਹ ਕਰਮ ਅਨੁਸਾਰ ਕਿਤੇ ਗਧਾ ਕੁੱਤਾ ਬਣਨ ਦੀ ਪੰਕਤੀ ਵਿੱਚ ਖੜਾ ਹੋਏਗਾ। ਮਰਨ ਦੇ ਪਿੱਛੋਂ ਗਰੁੜ ਪੁਰਾਣ ਦਾ ਪਾਠ ਉਸ ਦੇ ਕੀ ਕੰਮ ਆਏਗਾ? ਇਹ ਬੇਅਰਥ ਦਾ ਸ਼ਾਸਤਰ ਵਿਰੁੱਧ ਕਿਰਿਆਕਰਮ ਹੈ। ਉਸ ਪ੍ਰਾਣੀ ਦਾ ਮਨੁੱਖ ਸਰੀਰ ਰਹਿੰਦੇ ਉਸ ਨੂੰ ਭਗਵਾਨ ਦੇ ਸੰਵਿਧਾਨ ਦਾ ਗਿਆਨ ਕਰਵਾਉਣਾ ਚਾਹੀਦਾ ਸੀ, ਜਿਸ ਨਾਲ ਉਸ ਨੂੰ ਚੰਗੇ ਬੁਰੇ ਦਾ ਗਿਆਨ ਹੁੰਦਾ ਅਤੇ ਉਹ ਆਪਣਾ ਮਾਨਵ ਜੀਵਨ ਸਫਲ ਕਰਦਾ। ਪ੍ਰੇਤ ਸ਼ਿਲਾ ਪਰ ਜਾਏ ਵਿਰਾਜੇ, ਫਿਰ ਪਿਤਰੋ ਪਿੰਡ ਪਰਾਹੀ। ਬੌਰ ਸ਼ਰਾਧ ਖਾਨ ਕੂ ਆਇਆ, ਕਾਗ ਪਏ ਕਲਿਮਾਹੀ। ਭਾਵ ਅਰਥ ਹੈ ਕਿ ਮਰਨ ਉਪਰੰਤ ਉਸ ਜੀਵ ਦੇ ਕਲਿਆਣ ਅਰਥਾਤ ਗਤੀ ਕਰਵਾਉਣ ਦੇ ਲਈ ਕੀਤੀਆਂ ਜਾਣ ਵਾਲੀਆਂ ਸ਼ਾਸਤਰ ਵਿਰੁੱਧ ਕਿਰਿਆਵਾਂ ਬੇਅਰਥ ਹਨ। ਜਿਵੇਂ ਗਰੁੜ ਪੁਰਾਣ ਦਾ ਪਾਠ ਕਰਵਾਇਆ ਉਸ ਮਰਨ ਵਾਲੇ ਦੀ ਗਤੀ ਅਰਥਾਤ ਮੋਕਸ਼ ਦੇ ਲਈ, ਫਿਰ ਅਸਥੀਆਂ ਗੰਗਾ ਵਿੱਚ ਪ੍ਰਵਾਹਿਤ ਕੀਤੀਆਂ। ਉਸ ਦੀ ਗਤੀ ਯਾਨੀ ਮੋਕਸ਼ ਕਰਵਾਉਣ ਦੇ ਲਈ ਫਿਰ 13ਵੀਂ ਜਾਂ 17ਵੀਂ ਨੂੰ ਹਵਨ ਅਤੇ ਭੰਡਾਰਾ ਯਾਨੀ ਲੰਗਰ ਕੀਤਾ। ਉਸ ਦੀ ਗਤੀ ਕਰਾਉਣ ਦੇ ਲਈ ਪਹਿਲਾਂ ਹਰੇਕ ਮਹੀਨੇ 1 ਸਾਲ ਤੱਕ ਮਹੀਨਾ ਕਿਰਿਆ ਕਰਦੇ ਸਨ ਉਸ ਦੀ ਗਤੀ ਕਰਾਉਣ ਦੇ ਲਈ। ਫਿਰ 6ਵੇਂ ਮਹੀਨੇ ਛਮਾਹੀ ਕਿਰਿਆ ਕਰਦੇ ਸਨ ਉਸ ਦੀ ਗਤੀ ਕਰਾਉਣ ਦੇ ਲਈ। ਫਿਰ ਵਰਸੀ ਕਿਰਿਆ ਕਰਦੇ ਸਨ ਉਸ ਦੀ ਗਤੀ ਕਰਾਉਣ ਦੇ ਲਈ। ਫਿਰ ਉਸ ਦੀ ਪਿੰਡਦਾਨ ਕਿਰਿਆ ਕਰਾਉਂਦੇ ਹਨ ਉਸ ਦੀ ਗਤੀ ਕਰਾਉਣ ਦੇ ਲਈ। ਸ਼ਰਾਧ ਕੱਢਦੇ ਹਨ ਅਰਥਾਤ ਸ਼ਰਾਧ ਕਿਰਿਆ ਕਰਵਾਉਂਦੇ ਹਨ। ਸ਼ਰਾਧ ਵਾਲੇ ਦਿਨ ਪੁਰੋਹਿਤ ਭੋਜਨ ਖੁਦ ਬਣਾਉਂਦਾ ਹੈ ਅਤੇ ਕਹਿੰਦਾ ਹੈ ਕਿ ਛੱਤ ਉੱਤੇ ਰੱਖੋ, ਕਿਤੇ ਆਪ ਦਾ ਪਿਤਾ ਕੌਆ ਯਾਨੀ ਕਾ ਨਾ ਬਣ ਗਿਆ ਹੋਵੇ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 23। ਜਦ ਕਾ ਭੋਜਨ ਖਾ ਜਾਂਦਾ ਤਾਂ ਕਹਿੰਦੇ ਹਨ ਕਿ ਤੇਰੇ ਪਿਤਾ ਜਾਂ ਮਾਤਾ ਆਦਿ ਜੋ ਮੌਤ ਨੂੰ ਪ੍ਰਾਪਤ ਹੋ ਚੁੱਕਾ ਹੈ, ਜਿਸ ਦੇ ਹੇਤੂ ਇਹ ਸਭ ਕਿਰਿਆਵਾਂ ਕੀਤੀਆਂ ਗਈਆਂ ਹਨ ਅਤੇ ਇਹ ਸ਼ਰਾਧ ਕੀਤਾ ਗਿਆ ਹੈ, ਉਹ ਕਾਂ ਬਣਿਆ ਹੈ। ਇਸ ਦਾ ਸ਼ਰਾਧ ਸਫਲ ਹੋ ਗਿਆ। ਇਸ ਉਪਰੋਕਤ ਵਿਵਰਣ ਤੋਂ ਸਪਸ਼ਟ ਹੋਇਆ ਕਿ ਉਹ ਵਿਅਕਤੀ ਜਿਸ ਦਾ ਉਪਰੋਕਤ ਕਿਰਿਆ ਕਰਮ ਕੀਤਾ ਸੀ ਉਹ ਕਾਂ ਬਣ ਚੁੱਕਾ ਹੈ। ਸ਼ਰਾਧ ਕਰਨ ਵਾਲੇ ਪੁਰੋਹਿਤ ਕਹਿੰਦੇ ਹਨ ਕਿ ਸ਼ਰਾਧ ਕਰਨ ਨਾਲ ਉਹ ਜੀਵ 1 ਸਾਲ ਤੱਕ ਤ੍ਰਿਪਤ ਹੋ ਜਾਂਦਾ ਹੈ। ਫਿਰ 1 ਸਾਲ ਵਿੱਚ ਸ਼ਰਾਧ ਫਿਰ ਕਰਨਾ ਹੈ। ਵਿਚਾਰ ਕਰੋ, ਜੀਵਤ ਵਿਅਕਤੀ ਦਿਨ ਵਿੱਚ 3 ਵਾਰ ਭੋਜਨ ਕਰਦਾ ਸੀ। ਹੁਣ 1 ਦਿਨ ਭੋਜਨ ਕਰਨ ਨਾਲ 1 ਸਾਲ ਤੱਕ ਕਿਵੇਂ ਤ੍ਰਿਪਤ ਹੋ ਸਕਦਾ ਹੈ? ਜੇਕਰ ਪ੍ਰਤੀਦਿਨ ਛੱਤ ਉੱਤੇ ਭੋਜਨ ਰੱਖਿਆ ਜਾਵੇ ਤਾਂ ਉਹ ਕਾਂ ਪ੍ਰਤੀਦਿਨ ਹੀ ਭੋਜਨ ਖਾਏਗਾ। ਦੂਸਰੀ ਗੱਲ ਮਰਨ ਦੇ ਮਗਰੋਂ ਕੀਤੀ ਗਈ ਸਾਰੀ ਕਿਰਿਆਵਾਂ ਗਤੀ ਯਾਨੀ ਮੋਕਸ਼ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਉਹਨਾਂ ਗਿਆਨਹੀਣ ਗੁਰੂਆਂ ਨੇ ਅੰਤ ਵਿੱਚ ਕਾਂ ਬਣਾ ਕੇ ਛੱਡਿਆ। ਉਹ ਪ੍ਰੇਤਸ਼ਿਲਾ ਉੱਪਰ ਪ੍ਰੇਤ ਜ਼ੂਨ ਭੋਗ ਰਿਹਾ ਹੈ। ਪਿੱਛੇ ਗੁਰੂ ਅਤੇ ਕਾਂ ਮੌਜ ਨਾਲ ਭੋਜਨ ਕਰ ਰਿਹਾ ਹਨ। ਪਿੰਡ ਪਰਾਉਣ ਦਾ ਲਾਭ ਦੱਸਿਆ ਹੈ ਕਿ ਪ੍ਰੇਤ ਜ਼ੂਨੀ ਛੁੱਟ ਜਾਂਦੀ ਹੈ। ਮੰਨ ਲਓ ਪ੍ਰੇਤ ਜ਼ੂਨੀ ਛੁੱਟ ਗਈ, ਫਿਰ ਉਹ ਗਧਾ ਜਾਂ ਬੈਲ ਬਣ ਗਿਆ ਤਾਂ ਕੀ ਗਤੀ ਕਰਾਈ? नर से फिर पशुवा की जय, गदा बैल बनाई। 56 ਭੋਗ ਕਹਾ ਮਨ ਪੌਰੇ, ਕਹੀ ਕੁਰੜੀ ਚਰਨੇ ਜਾਈ। ਮਨੁੱਖ ਜੀਵਨ ਵਿੱਚ ਅਸੀਂ ਕਿੰਨੇ ਵਧੀਆ ਅਰਥਾਤ 56 ਪ੍ਰਕਾਰ ਦੇ ਭੋਜਨ ਖਾਂਦੇ ਹਾਂ। ਭਗਤੀ ਨਾ ਕਰਨ ਨਾਲ ਜਾਂ ਸ਼ਾਸਤਰ ਵਿਰੁੱਧ ਸਾਧਨਾ ਕਰਨ ਨਾਲ ਗਧਾ ਬਣੇਗਾ। ਫਿਰ ਇਹ 56 ਪ੍ਰਕਾਰ ਭੋਜਨ ਕਿੱਥੇ ਪ੍ਰਾਪਤ ਹੋਣਗੇ? ਕਿਤੇ ਕੁਰੜੀਆਂ ਯਾਨੀ ਰੂੜੀ ਉੱਪਰ ਪੇਟ ਭਰਨ ਦੇ ਲਈ ਕਾ ਖਾਣ ਜਾਏਗਾ। ਇਸ ਪ੍ਰਕਾਰ बैल आदि पशुआ दी जूनिया विच कष्ट पोगेगा। जैस ते गुरु की संगत करते सकल कर्म कट जाई। अमरपुरी पर आसन होते जहां धूप ना छाई। संत गरीबदास जी ने परमेश्वर कबीर जी तो प्राप्त सूक्ष्म वेद विच अगे कहा है कि जेकर सतगुरु यानी तत्वदर्शी संत दी शरण विच जाके दीख्या लैंदे तां उपरोक्त सब कर्मां दे कष्ट कट जांदे। अर्थात ना प्रेत बनदे, ना गधा, ना बैल बनदे। अमरपुरी ਉੱਪਰ ਆਸਣ ਹੁੰਦਾ ਅਰਥਾਤ ਗੀਤਾ ਅਧਿਆਇ 18 ਸਲੋਕ 62 ਤੇ ਅਧਿਆਇ 15 ਸਲੋਕ 4 ਵਿੱਚ ਵਰਣਿਤ ਸਨਾਤਨ ਪਰਮ ਧਾਮ ਪ੍ਰਾਪਤ ਹੁੰਦਾ। ਪਰਮ ਸ਼ਾਂਤੀ ਪ੍ਰਾਪਤ ਹੋ ਜਾਂਦੀ। ਫਿਰ ਕਦੀ ਵਾਪਸ ਸੰਸਾਰ ਵਿੱਚ ਨਹੀਂ ਆਉਂਦੇ। ਅਰਥਾਤ ਜਨਮ ਮਰਨ ਦਾ ਕਸੜਦਾਇਕ ਚੱਕਰ ਸਦਾ ਦੇ ਲਈ ਸਮਾਪਤ ਹੋ ਜਾਂਦਾ। ਉਸ ਅਮਰਲੋਕ ਯਾਨੀ ਸਤਲੋਕ ਵਿੱਚ ਧੁੱਪ ਛਾਂ ਨਹੀਂ ਹੈ। ਅਰਥਾਤ ਜਿਵੇਂ ਧੁੱਪ ਦੁਖਦਾਈ ਹੁੰਦੀ ਤਾਂ ਛਾਂ ਦੀ ਜ਼ਰੂਰਤ ਪੈਂਦੀ, ਉਸ ਸਤਲੋਕ ਵਿੱਚ ਕੇਵਲ ਸੁਖ ਹੈ, ਦੁੱਖ ਨਹੀਂ ਹੈ। ਸੁਰਤ ਨਿਰਤ ਮਨ ਪਵਨ ਪਿਆਨਾ, ਸ਼ਬਦੈ ਸ਼ਬਦ ਸਮਾਈ।
गरीबदास गलतान महल में मिले कबीर गोसाई। संत गरीबदास जी ने कहा है कि मैनू कबीर परमेश्वर मिले ਹਨ। मैनू सुरत निरत मन ते सुआंस उपर ध्यान रख के नाम दा सिमरन करन दी विधि दसी। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 24। जिस साधना नाल सतलोक विच हो रही सबद धुन नूं पकड़ के सतलोक विच चलिया गया, जिस करके सतलोक यानी शाश्वत स्थान विच अपने महल विच आनंद नाल रहंदा हां, क्योंकि सत साधना जो परमेश्वर कबीर जी ने संत गरीबदास नूं जिवे दसी सी ਅਤੇ ਉਸ ਸਥਾਨ ਯਾਨੀ ਸਤਲੋਕ ਨੂੰ ਗਰੀਬਦਾਸ ਜੀ ਪਰਮੇਸ਼ਵਰ ਦੇ ਨਾਲ ਜਾ ਕੇ ਦੇਖ ਕੇ ਆਏ ਸਨ, ਜਿਸ ਕਾਰਨ ਕਰਕੇ ਵਿਸ਼ਵਾਸ ਦੇ ਨਾਲ ਕਿਹਾ ਹੈ ਕਿ ਮੈਂ ਜੋ ਸ਼ਾਸਤਰ ਅਨੁਕੂਲ ਸਾਧਨਾ ਕਰ ਰਿਹਾ ਹਾਂ ਇਹ ਪਰਮਾਤਮਾ ਨੇ ਦੱਸੀ ਹੈ। ਜਿਸ ਸ਼ਬਦ ਅਰਥਾਤ ਨਾਮ ਦਾ ਜਾਪ ਕਰਨ ਨਾਲ ਮੈਂ ਜ਼ਰੂਰ ਪੂਰਨ ਮੋਕਸ਼ ਪ੍ਰਾਪਤ ਕਰੂੰਗਾ, ਇਸ ਵਿੱਚ ਕੋਈ ਸੰਸ਼ੇ ਨਹੀਂ ਰਿਹਾ। ਜਿਸ ਕਾਰਨ ਲਈ ਮੈਂ ਯਾਨੀ ਗਰੀਬਦਾਸ ਸਤਲੋਕ ਵਿੱਚ ਬਣੇ ਆਪਣੇ ਮਹਲ ਯਾਨੀ ਵਿਸਾਲ ਘਰ ਵਿੱਚ ਜਾਊਗਾ, ਜਿਸ ਕਾਰਨ ਨਿਸ਼ਚਿਤ ਅਤੇ ਗਲਤਾਨ ਯਾਨੀ ਮਹਲ ਪ੍ਰਾਪਤੀ ਦੀ ਖੁਸ਼ੀ ਵਿੱਚ ਮਸਤ ਹਾਂ, ਕਿਉਂਕਿ ਮੈਨੂੰ ਪੂਰਨ ਗੁਰੂ ਖੁਦ ਪਰਮਾਤਮਾ ਕਬੀਰ ਜੀ ਆਪਣੇ ਲੋਕ ਤੋਂ ਆ ਕੇ ਮਿਲੇ ਹਨ। ਗਰੀਬ ਅਜਬ ਨਗਰ ਮੇ ਲੈ ਗਏ ਹਮਕੋ ਸਤਿਗੁਰੂ ਆਣ, ਚਿਲਕੇ ਬਿੰਬ ਅਗਾਧ ਗਤੀ ਸੂਤੇ ਚਾਦਰ ਤਾਨ। ਭਾਵ ਅਰਥ ਗਰੀਬਦਾਸ ਜੀ ਨੇ ਦੱਸਿਆ ਹੈ ਕਿ ਸਤਿਗੁਰੂ ਅਰਥਾਤ ਖੁਦ ਪਰਮੇਸ਼ਵਰ ਕਬੀਰ ਜੀ ਆਪਣੇ ਨਿਜਤਾਮ ਸਤਲੋਕ ਤੋਂ ਆ ਕੇ ਮੈਨੂੰ ਨਾਲ ਲੈ ਕੇ ਅਜਬ ਨਗਰ ਯਾਨੀ ਅਦਭੁਤ ਨਗਰ ਵਿੱਚ ਅਰਥਾਤ ਸਤਲੋਕ ਵਿੱਚ ਬਣੇ ਸ਼ਹਿਰ ਵਿੱਚ ਲੈ ਗਏ। ਉਸ ਸਥਾਨ ਨੂੰ ਅੱਖੀ ਦੇਖ ਕੇ ਮੈਂ ਪਰਮਾਤਮਾ ਦੇ ਦੱਸੇ ਭਗਤੀ ਮਾਰਗ ਉੱਤੇ ਚੱਲ ਰਿਹਾ ਹਾਂ, ਸਤਨਾਮ ਸਾਰਨਾਮ ਦੀ ਸਾਧਨਾ ਕਰ ਰਿਹਾ ਹਾਂ, ਇਸ ਲਈ ਚਾਦਰ ਤਾਣ ਕੇ ਸੋ ਰਿਹਾ ਹਾਂ, ਅਰਥਾਤ ਮੇਰੇ ਮੋਕਸ਼ ਵਿੱਚ ਕੋਈ ਸੰਦੇਹ ਬਾਕੀ ਨਹੀਂ ਹੈ। ਚਾਦਰ ਤਾਣ ਕੇ ਸੌਣਾ ਯਾਨੀ ਨਿਸ਼ਚਿੰਤ ਹੋ ਕੇ ਰਹਿਣਾ, ਜਿਸ ਦਾ ਕੋਈ ਕੰਮ ਬਾਕੀ ਨਾ ਹੋਵੇ ਅਤੇ ਕੋਈ ਚਾਦਰ ਓਢ ਕੇ ਸੋ ਰਿਹਾ ਹੋਵੇ ਤਾਂ ਪਿੰਡ ਵਿੱਚ ਕਹਿੰਦੇ ਹਨ ਕਿ ਚੰਗਾ ਚਾਦਰ ਤਾਣ ਕੇ ਸੋ ਰਿਹਾ ਹੈ, ਕੀ ਕੋਈ ਕੰਮ ਨਹੀਂ ਹੈ। ਇਸ ਪ੍ਰਕਾਰ ਗਰੀਬਦਾਸ ਜੀ ਨੇ ਕਿਹਾ ਹੈ ਕਿ ਹੁਣ ਵੱਡੇ ਵੱਡੇ ਮਹਲ ਬਣਾਉਣਾ ਬੇਅਰਥ ਲੱਗ ਰਿਹਾ ਹੈ। ਹੁਣ ਤਾਂ ਉਸ ਸਤਲੋਕ ਵਿੱਚ ਜਾਵਾਂਗੇ ਜਿੱਥੇ ਬਣੇ ਬਣਾਏ ਵਿਸ਼ਾਲ ਭਵਨ ਹਨ, ਜਿਨ੍ਹਾਂ ਨੂੰ ਅਸੀਂ ਛੱਡ ਕੇ ਗਲਤੀ ਕਰਕੇ ਇੱਥੇ ਕਾਲ ਲੋਕ ਯਾਨੀ ਮਾਤ ਲੋਕ ਵਿੱਚ ਆ ਗਏ ਹਾਂ। ਹੁਣ ਦਾਉ ਲੱਗਿਆ ਹੈ, ਸਤ ਭਗਤੀ ਮਿਲੀ ਹੈ ਅਤੇ ਤਤਵ ਗਿਆਨ ਮਿਲਿਆ ਹੈ। ਸੱਜਣੋ, ਉਹ ਸਤ ਭਗਤੀ ਵਰਤਮਾਨ ਵਿੱਚ ਮੇਰੇ ਯਾਨੀ ਰਾਮਪਾਲ ਦਾਸ ਦੇ ਕੋਲ ਹੈ, ਜਿਸ ਨਾਲ ਇਸ ਦੁੱਖਾਂ ਦੇ ਘਰ ਸੰਸਾਰ ਤੋਂ ਪਾਰ ਹੋ ਕੇ ਉਹ ਪਰਮ ਸ਼ਾਂਤੀ ਤੇ ਸ਼ਾਸਵਤ ਸਥਾਨ ਯਾਨੀ ਸਨਾਤਨ ਪਰਮਧਾਮ ਪ੍ਰਾਪਤ ਹੋ ਜਾਂਦਾ ਹੈ, ਜਿਸ ਦੇ ਵਿਸ਼ੇ ਵਿੱਚ ਗੀਤਾ ਅਧਿਆਇ 18 ਸਲੋਕ 62 ਵਿੱਚ ਕਿਹਾ ਹੈ ਕਿ ਗੀਤਾ ਅਧਿਆਇ 15 ਸਲੋਕ 4 ਵਿੱਚ ਕਿਹਾ ਹੈ ਕਿ ਤਤਵਦਰਸ਼ੀ ਸੰਤ ਤੋਂ ਤਤਵ ਗਿਆਨ ਪ੍ਰਾਪਤ ਕਰਕੇ ਉਸ ਤਤਵ ਗਿਆਨ ਤੋਂ ਅਗਿਆਨ ਦਾ ਨਾਸ਼ ਕਰਕੇ ਉਸ ਦੇ ਪਿੱਛੋਂ ਪਰਮੇਸ਼ਵਰ ਦੇ ਉਸ ਪਰਮਪਦ ਦੀ ਖੋਜ ਕਰਨੀ ਚਾਹੀਦੀ ਹੈ, ਜਿੱਥੇ ਜਾਣ ਦੇ ਪਿੱਛੋਂ ਸਾਧਕ ਫਿਰ ਵਾਪਸ ਸੰਸਾਰ ਵਿੱਚ ਕਦੀ ਨਹੀਂ ਆਉਂਦਾ। ਭਗਤੀ ਨਾ ਕਰਨ ਨਾਲ ਬਹੁਤ ਦੁੱਖ ਹੋਏਗਾ। ਸੂਖਸ਼ਮ ਵੇਦ ਵਿੱਚ ਕਿਹਾ ਹੈ, ਇਹ ਸੰਸਾਰ ਸਮਝਦਾ ਨਾਨਹੀ ਕਹਿੰਦਾ ਸ਼ਾਮ ਦੁਪਹਿਰੇ ਨੂੰ, ਗਰੀਬਦਾਸ ਯਹ ਵਕਤ ਜਾਤ ਹੈ ਰੋਵੋਗੇ ਇਸ ਪਹਿਰੇ ਨੂੰ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 25। ਅਧਿਆਤਮਿਕ ਗਿਆਨ ਦੇ ਅਭਾਵ ਵਿੱਚ ਪਰਮਾਤਮਾ ਦੇ ਵਿਧਾਨ ਤੋਂ ਅਪਰਿਚਿਤ ਹੋਣ ਦੇ ਕਾਰਨ ਇਹ ਪ੍ਰਾਣੀ ਇਸ ਦੁੱਖ ਦੇ ਘਰ ਸੰਸਾਰ ਵਿੱਚ ਮਹਾਨ ਕਸ਼ਟ ਚੱਲ ਰਿਹਾ ਹੈ ਅਤੇ ਇਸ ਨੂੰ ਸੁੱਖ ਸਥਾਨ ਮੰਨ ਰਿਹਾ ਹੈ। ਜਿਵੇਂ ਇੱਕ ਵਿਅਕਤੀ ਜੂਨ ਦੇ ਮਹੀਨੇ ਵਿੱਚ ਦਿਨ ਦੇ 12 ਜਾਂ 1 ਵਜੇ ਹਰਿਆਣਾ ਪ੍ਰਾਂਤ ਵਿੱਚ ਸ਼ਰਾਬ ਪੀ ਕੇ ਸਿਖਰ ਦੁਪਹਿਰੇ ਧੁੱਪ ਵਿੱਚ ਡਿੱਗਿਆ ਪਿਆ ਹੈ, ਰੇਤ ਸਰੀਰ ਨਾਲ ਲਿਪਟਿਆ ਹੈ। ਇੱਕ ਵਿਅਕਤੀ ਨੇ ਕਿਹਾ, "ਹੇ ਭਾਈ ਉੱਠ, ਤੂੰ ਇੱਥੇ ਗਰਮੀ ਵਿੱਚ ਜਲ ਰਿਹਾ ਹੈ।" ਸ਼ਰਾਬੀ ਬੋਲਿਆ ਕਿ ਮੈਂ ਬਿਲਕੁਲ ਠੀਕ ਹਾਂ, ਮੌਜ ਹੋ ਰਹੀ ਹੈ, ਕੋਈ ਕਸ਼ਟ ਨਹੀਂ ਹੈ। ਇੱਕ ਵਿਅਕਤੀ ਕਿਸੇ ਕਾਰਨ ਕੋਰਟ ਵਿੱਚ ਗਿਆ, ਉੱਥੇ ਉਸ ਦਾ ਰਿਸ਼ਤੇਦਾਰ ਮਿਲਿਆ, ਇੱਕ ਦੂਸਰੇ ਤੋਂ ਕੁਸ਼ਲ ਮੰਗਲ ਪੁੱਛੀ। ਦੋਨਾਂ ਨੇ ਕਿਹਾ ਸਭ ਠੀਕ ਹੈ, ਮੌਜ ਹੈ। ਇੱਕ ਵਿਅਕਤੀ ਦਾ ਇਕਲੌਤਾ ਪੁੱਤਰ ਬਹੁਤ ਰੋਗੀ ਸੀ, ਉਸ ਨੂੰ ਪੀਜੀਆਈ ਵਿੱਚ ਭਰਤੀ ਕਰਵਾ ਰੱਖਿਆ ਸੀ। ਲੜਕੇ ਦੀ ਬਚਣੇ ਦੀ ਆਸ ਬਹੁਤ ਘੱਟ ਸੀ। ਐਸੀ ਸਥਿਤੀ ਵਿੱਚ ਮਾਤਾ ਪਿਤਾ ਦੀ ਕੀ ਦਸ਼ਾ ਹੁੰਦੀ ਹੈ, ਆਸਾਨੀ ਨਾਲ ਸਮਝੀ ਜਾ ਸਕਦੀ ਹੈ। ਰਿਸ਼ਤੇਦਾਰ ਮਿਲਣ ਆਏ ਅਤੇ ਪੁੱਛਿਆ ਕਿ ਬੱਚੇ ਦਾ ਕੀ ਹਾਲ ਹੈ। ਪਿਤਾ ਨੇ ਦੱਸਿਆ ਕਿ ਬਚਣੇ ਦਾ ਭਰੋਸਾ ਨਹੀਂ। ਫਿਰ ਪੁੱਛਿਆ ਹੋਰ ਕੁਸ਼ਲ ਮੰਗਲ ਹੈ। ਪਿਤਾ ਨੇ ਕਿਹਾ ਕਿ ਸਭ ਮੌਜ ਹੈ। ਵਿਚਾਰ ਕਰੋ, ਸ਼ਰਾਬ ਦੇ ਨਸ਼ੇ ਵਿੱਚ ਘੋਰ ਧੁੱਪ ਦੇ ਤਾਪ ਨੂੰ ਚੱਲ ਰਿਹਾ ਸੀ, ਫਿਰ ਵੀ ਕਹਿ ਰਿਹਾ ਸੀ ਕਿ ਮੌਜ ਹੋ ਰਹੀ ਹੈ।
ਕੋਰਟ ਕਚਹਿਰੀਆਂ ਵਿੱਚ ਜੋ ਰਿਸ਼ਤੇਦਾਰ ਮਿਲੇ ਦੋਨੋਂ ਹੀ ਕਹਿ ਰਹੇ ਸੀ ਕਿ ਸਭ ਮੌਜ ਹੈ। ਵਿਚਾਰ ਕਰੋ, ਜੋ ਵਿਅਕਤੀ ਕੋਰਟ ਦੇ ਕੋਹਲੂ ਵਿੱਚ ਫਸਿਆ ਹੈ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਹੁੰਦਾ। ਫਿਰ ਵੀ ਦੋਵੇਂ ਕਹਿ ਰਹੇ ਸਨ ਕਿ ਮੌਜ ਹੈ ਅਰਥਾਤ ਆਨੰਦ ਹੈ। ਜਿਸ ਵਿਅਕਤੀ ਦਾ ਇਕਲੌਤਾ ਪੁੱਤਰ ਮਰਨ ਬਿਸਤਰ ਤੇ ਹੋਵੇ ਉਸ ਨੂੰ ਮੌਜ ਕੈਸੀ। ਇਸ ਲਈ ਸੂਖਸ਼ਮ ਵੇਦ ਵਿੱਚ ਕਿਹਾ ਹੈ ਕਿ ਇਸ ਦੁੱਖ ਸਥਾਨ ਸੰਸਾਰ ਵਿੱਚ ਇਹ ਪ੍ਰਾਣੀ ਮਹਾਂਕਸ਼ਟ ਨੂੰ ਸੁੱਖ ਮੰਨ ਰਿਹਾ ਹੈ। ਇਹ ਸੰਸਾਰ ਸਮਝਦਾ ਨਹੀਂ। ਕਹਿੰਦਾ ਸ਼ਾਮ ਦੋਪਹਿਰੇ ਨੂੰ ਗਰੀਬ ਦਾਸ ਯਹ ਵਕਤ ਜਾਤ ਹੈ, ਰੋਵੋਗੇ ਇਸ ਪਹਿਰੇ ਨੂੰ। ਸੰਤ ਗਰੀਬਦਾਸ ਜੀ ਨੇ ਦੱਸਿਆ ਹੈ ਕਿ ਮਨੁੱਖ ਜਨਮ ਪ੍ਰਾਪਤ ਕਰਕੇ ਜੋ ਵਿਅਕਤੀ ਭਗਤੀ ਨਹੀਂ ਕਰਦਾ ਉਹ ਕੁੱਤੇ, ਗਧੇ ਆਦਿ ਦੀਆਂ ਜ਼ੂਨਾਂ ਵਿੱਚ ਕਸ਼ਟ ਉਠਾਉਂਦਾ ਹੈ। ਕੁੱਤਾ ਰਾਤ ਦੇ ਸਮੇਂ ਆਸਮਾਨ ਦੇ ਵੱਲ ਮੂੰਹ ਕਰਕੇ ਰੋਂਦਾ ਹੈ। ਇਸ ਲਈ ਗਰੀਬਦਾਸ ਜੀ ਨੇ ਦੱਸਿਆ ਹੈ ਕਿ ਇਹ ਮਾਨਵ ਸਰੀਰ ਦਾ ਸਮਾਂ ਇੱਕ ਵਾਰ ਨਿਕਲ ਗਿਆ ਅਤੇ ਭਗਤੀ ਨਹੀਂ ਕੀਤੀ ਤਾਂ ਇਸ ਸਮੇਂ ਯਾਨੀ ਇਸ ਪਹਿਰੇ ਨੂੰ ਯਾਦ ਕਰਕੇ ਰੋਇਆ ਕਰੋਗੇ। ਭਗਤੀ ਮਾਰਗ ਦੀ ਯਾਤਰਾ। ਜਦ ਤੱਕ ਅਧਿਆਤਮਿਕ ਗਿਆਨ ਨਹੀਂ ਤਦ ਤੱਕ ਤਾਂ ਜੀਵ ਮਾਇਆ ਦੇ ਨਸ਼ੇ ਵਿੱਚ ਆਪਣਾ ਉਦੇਸ਼ ਭੁੱਲ ਚੁੱਕਿਆ ਸੀ ਤੇ ਜਿਵੇਂ ਉੱਪਰ ਦੱਸਿਆ ਹੈ ਕਿ ਸ਼ਰਾਬੀ ਨਸ਼ੇ ਵਿੱਚ ਜੇਠ ਮਹੀਨੇ ਦੀ ਗਰਮੀ ਵਿੱਚ ਦਿਨ ਦੇ ਦੁਪਹਿਰ ਦੇ ਸਮੇਂ ਧੁੱਪ ਵਿੱਚ ਲੇਟੇ ਪਸੀਨੇ ਤੇ ਰੇਤ ਵਿੱਚ ਤੱਸਿਆ ਹੋਇਆ ਵੀ ਕਹਿ ਰਿਹਾ ਹੁੰਦਾ ਹੈ ਕਿ ਮੌਜ ਹੋ ਰਹੀ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 26। ਪਰੰਤੂ ਨਸ਼ਾ ਉਤਰਨ ਪਿੱਛੋਂ ਉਸ ਨੂੰ ਪਤਾ ਲੱਗਦਾ ਹੈ ਕਿ ਤੂੰ ਤਾਂ ਜੰਗਲ ਵਿੱਚ ਪਿਆ ਹੈ, ਘਰ ਤਾਂ ਅਜੇ ਦੂਰ ਹੈ। ਕਬੀਰ ਜੀ ਨੇ ਕਿਹਾ ਹੈ ਕਿ ਕਬੀਰ ਯਹ ਮਇਆ ਅਟਪਟੀ ਸਭ ਘਟ ਆਣ ਅੜੀ, ਕਿਸ ਕੋ ਸਮਝਾਊ ਜਾਂ ਕੂਏ ਭਾਂਗ ਪੜੀ। ਭਾਵ ਅਰਥ ਅਧਿਆਤਮ ਗਿਆਨ ਰੂਪੀ ਔਸ਼ਧੀ ਸੇਵਨ ਕਰਨ ਨਾਲ ਜੀਵ ਦਾ ਨਸ਼ਾ ਉਤਰ ਜਾਂਦਾ ਹੈ। ਫਿਰ ਉਹ ਭਗਤੀ ਦੇ ਸਫ਼ਰ ਉੱਪਰ ਚੱਲਦਾ ਹੈ ਕਿਉਂਕਿ ਉਸ ਨੂੰ ਪਰਮਾਤਮਾ ਦੇ ਕੋਲ ਪਹੁੰਚਣਾ ਹੈ ਜੋ ਉਸ ਦਾ ਆਪਣਾ ਪਿਤਾ ਹੈ ਅਤੇ ਉਹ ਸਤਲੋਕ ਜੀਵ ਦਾ ਆਪਣਾ ਘਰ ਹੈ। ਯਾਤਰਾ ਉੱਤੇ ਚੱਲਣ ਵਾਲਾ ਵਿਅਕਤੀ ਸਾਰੇ ਸਮਾਨ ਨੂੰ ਚੁੱਕ ਕੇ ਨਹੀਂ ਚੱਲ ਸਕਦਾ, ਕੇਵਲ ਜ਼ਰੂਰੀ ਸਮਾਨ ਲੈ ਕੇ ਯਾਤਰਾ ਉੱਤੇ ਚੱਲਦਾ ਹੈ। ਇਸ ਪ੍ਰਕਾਰ ਭਗਤੀ ਦੇ ਸਫ਼ਰ ਵਿੱਚ ਆਪਣੇ ਆਪ ਨੂੰ ਹੌਲਾ ਕਰਕੇ ਚੱਲਣਾ ਹੋਏਗਾ, ਤਦ ਮੰਜ਼ਿਲ ਨੂੰ ਪ੍ਰਾਪਤ ਕਰ ਸਕਾਂਗੇ। ਭਗਤੀ ਰੂਪੀ ਰਾਹ ਉੱਤੇ ਚੱਲਣ ਦੇ ਲਈ ਆਪਣੀ ਮਾਨਸਿਕ ਸ਼ਾਂਤੀ ਦਾ ਹੋਣਾ ਜ਼ਰੂਰੀ ਹੈ। ਮਾਨਸਿਕ ਪਰੇਸ਼ਾਨੀ ਦਾ ਕਾਰਨ ਹੈ ਆਪਣੀਆਂ ਪਰੰਪਰਾਵਾਂ ਤੇ ਨਸ਼ਾ, ਮਾਨਵ ਵਡਿਆਈ, ਲੋਕ ਦਿਖਾਵਾ। ਇਹ ਭਾਰ ਬੇਅਰਥ ਲੈ ਖੜੇ ਹਨ, ਜਿਵੇਂ ਵੱਡੀ ਕੋਠੀ, ਵੱਡੀ ਕਾਰ, ਸ਼ਿੰਗਾਰ ਕਰਨਾ, ਮਹਿੰਗੇ ਆਭੂਸ਼ਣ ਯਾਨੀ ਸੋਨੇ ਦੇ ਗਹਿਣੇ ਸੰਗ੍ਰਹਿ ਕਰਨਾ, ਵਿਆਹ ਵਿੱਚ ਦਹੇਜ ਲੈਣਾ ਦੇਣਾ, ਬੈਂਡ ਵਾਜੇ, ਡੀਜੇ ਵਜਾਉਣਾ, ਪੂਰੇ ਪਰਿਵਾਰ ਦਾ ਬੇਸ਼ਰਮਾ ਦੀ ਤਰ੍ਹਾਂ ਨੱਚਣਾ, ਮ੍ਰਿਤਯੂ ਭੋਜ ਕਰਨਾ, ਬੱਚੇ ਦੇ ਜਨਮ ਉੱਤੇ ਖੁਸ਼ੀ ਮਨਾਉਣਾ, ਖੁਸ਼ੀ ਦੇ ਅਵਸਰ ਉੱਤੇ ਪਟਾਖੇ ਜਲਾਉਣਾ, ਫਿਜ਼ੂਲ ਖਰਚੀ ਕਰਨਾ ਆਦਿ ਜੀਵਨ ਦੇ ਭਗਤੀ ਸਫ਼ਰ ਵਿੱਚ ਵਾਦਕ ਹੋਣ ਦੇ ਕਾਰਨ ਤਿਆਗਣੇ ਪੈਣਗੇ। ਵਿਆਹ ਕਿਵੇਂ ਕਰੀਏ? ਜਿਵੇਂ ਸ੍ਰੀ ਦੇਵੀ ਦੁਰਗਾ ਜੀ ਨੇ ਆਪਣੇ ਤਿੰਨੋਂ ਪੁੱਤਰਾਂ ਯਾਨੀ ਸ੍ਰੀ ਬ੍ਰਹਮਾ ਜੀ, ਸ੍ਰੀ ਵਿਸ਼ਨੂੰ ਜੀ ਅਤੇ ਸ੍ਰੀ ਸ਼ਿਵ ਜੀ ਦਾ ਵਿਆਹ ਕੀਤਾ ਸੀ। ਇਸ ਪੁਸਤਕ ਵਿੱਚ ਅੱਗੇ ਪੜਾਂਗੇ। ਮੇਰੇ ਯਾਨੀ ਲੇਖਕ ਦੇ ਅਨੁਯਾਈ ਅਜਿਹਾ ਹੀ ਕਰਦੇ ਹਨ। 17 ਮਿੰਟ ਦੀ ਅਸੁਰ ਨਿਕੰਦਨ ਰਮੈਣੀ ਹੈ। ਫੇਰਿਆਂ ਦੇ ਸਥਾਨ ਉੱਤੇ ਉਸ ਨੂੰ ਬੋਲਿਆ ਜਾਂਦਾ ਹੈ ਜੋ ਕਰੋੜਾ ਗਾਇਤਰੀ ਮੰਤਰ ਯਾਨੀ ਓਮ ਭੂਰ ਭੁਵ ਸਵਹ ਤਤਸਹ ਬਿਤੂਰ ਵਰੇਣਿਯਮ ਭਰਗੋ ਦੇਵਸੈਤੀ ਮਹੀ ਤੀਓ ਜੋਨਾ ਪ੍ਰਚੋਦਿਆਤ ਤੋਂ ਉੱਤਮ ਅਤੇ ਲਾਭਦਾਇਕ ਹੈ, ਜਿਸ ਵਿੱਚ ਵਿਸ਼ਵ ਦੇ ਸਾਰੇ ਦੇਵੀ ਦੇਵ ਅਤੇ ਪੂਰਨ ਪਰਮਾਤਮਾ ਦਾ ਆਹਵਾਨ ਅਤੇ ਉਸਤਤੀ ਪ੍ਰਾਰਥਨਾ ਹੈ, ਜਿਸ ਕਾਰਨ ਨਾਲ ਸਰਵ ਸ਼ਕਤੀਆਂ ਉਸ ਵਿਆਹ ਵਾਲੇ ਜੋੜੇ ਦੀ ਸਦਾ ਰੱਖਿਆ ਅਤੇ ਸਹਾਇਤਾ ਕਰਦੇ ਹਨ। ਇਸ ਲਈ ਬੇਟੀ ਬਚੀ ਰਹੇਗੀ, ਜੀਵਨ ਆਸਾਨ ਹੋ ਜਾਵੇਗਾ। ਵਿਆਹ ਵਿੱਚ ਪ੍ਰਚਲਿਤ ਵਰਤਮਾਨ ਪਰੰਪਰਾ ਦਾ ਤਿਆਗ। ਵਿਆਹ ਵਿੱਚ ਦਾ ਖਰਚਾ ਤਿਆਗਣਾ ਪਵੇਗਾ, ਜਿਵੇਂ ਬੇਟੀ ਦੇ ਵਿਆਹ ਵਿੱਚ ਵੱਡੀ ਬਰਾਤ ਦਾ ਆਉਣਾ, ਦਹੇਜ ਦੇਣਾ। ਇਹ ਬੇਅਰਥ ਪਰੰਪਰਾ ਹੈ, ਜਿਸ ਕਾਰਨ ਨਾਲ ਬੇਟੀ ਪਰਿਵਾਰ ਉੱਤੇ ਭਾਰ ਮੰਨੀ ਜਾਣ ਲੱਗੀ ਹੈ ਅਤੇ ਉਸ ਨੂੰ ਗਰਭ ਵਿੱਚ ਹੀ ਮਾਰਨ ਦਾ ਸਿਲਸਿਲਾ ਸ਼ੁਰੂ ਹੈ, ਜੋ ਮਾਤਾ ਪਿਤਾ ਦੇ ਲਈ ਮਹਾਨ ਪਾਪ ਦਾ ਕਾਰਨ ਬਣਦਾ ਹੈ। ਬੇਟੀ ਦੇਵੀ ਦਾ ਸਵਰੂਪ ਹੈ। ਸਾਡੀਆਂ ਕੁਪਰੰਪਰਾਵਾਂ ਨੇ ਬੇਟੀਆਂ ਨੂੰ ਦੁਸ਼ਮਣ ਬਣਾ ਦਿੱਤਾ। ਸ਼੍ਰੀ ਦੇਵੀ ਪੁਰਾਣ ਦੇ ਤੀਸਰੇ ਸਕੰਦ ਵਿੱਚ ਪ੍ਰਮਾਣ ਹੈ ਕਿ ਇਸ ਬ੍ਰਹਿਮੰਡ ਦੇ ਆਰੰਭ ਵਿੱਚ ਤਿੰਨੋਂ ਦੇਵਤਾਵਾਂ ਯਾਨੀ ਸ੍ਰੀ ਬ੍ਰਹਮਾ ਜੀ, ਸ੍ਰੀ ਵਿਸ਼ਨੂੰ ਜੀ ਅਤੇ ਸ੍ਰੀ ਸ਼ਿਵ ਜੀ ਦਾ ਜਿਸ ਸਮੇਂ ਇਹਨਾਂ ਦੀ ਮਾਤਾ ਸ੍ਰੀ ਦੁਰਗਾ ਜੀ ਨੇ ਵਿਆਹ ਕੀਤਾ, ਉਸ ਸਮੇਂ ਨਾ ਕੋਈ ਬਰਾਤੀ ਸੀ, ਨਾ ਕੋਈ ਭਾਤੀ ਸੀ, ਨਾ ਕੋਈ ਭੋਜਨ ਭੰਡਾਰਾ ਕੀਤਾ ਗਿਆ ਸੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 27। ਨਾ ਡੀਜੇ ਵੱਜਿਆ ਸੀ, ਨਾ ਕੋਈ ਨਾਚ ਕੀਤਾ ਗਿਆ ਸੀ। ਸ੍ਰੀ ਦੁਰਗਾ ਜੀ ਨੇ ਆਪਣੇ ਵੱਡੇ ਪੁੱਤਰ ਸ੍ਰੀ ਬ੍ਰਹਮਾ ਜੀ ਨੂੰ ਕਿਹਾ ਕਿ ਹੇ ਬ੍ਰਹਮਾ, ਇਹ ਸਾਵਿਤਰੀ ਨਾਮ ਦੀ ਲੜਕੀ ਤੈਨੂੰ ਤੇਰੀ ਪਤਨੀ ਰੂਪ ਵਿੱਚ ਦਿੱਤੀ ਜਾਂਦੀ ਹੈ।
ਇਸ ਨੂੰ ਲੈ ਜਾਓ ਅਤੇ ਆਪਣਾ ਘਰ ਵਸਾਓ। ਇਸ ਪ੍ਰਕਾਰ ਆਪਣੇ ਵਿਚਕਾਰ ਵਾਲੇ ਪੁੱਤਰ ਸ੍ਰੀ ਵਿਸ਼ਨੂੰ ਜੀ ਨੂੰ ਕਿਹਾ ਕਿ ਲక్ష్ਮੀ ਜੀ ਅਤੇ ਛੋਟੇ ਬੇਟੇ ਸ੍ਰੀ ਸ਼ਿਵ ਜੀ ਨੂੰ ਪਾਰਬਤੀ ਜੀ ਨੂੰ ਦੇ ਕੇ ਕਿਹਾ ਕਿ ਇਹ ਤੁਹਾਡੀ ਪਤਨੀਆਂ ਹਨ, ਇਹਨਾਂ ਨੂੰ ਲੈ ਜਾਓ ਅਤੇ ਆਪਣਾ ਘਰ ਵਸਾਓ। ਤਿੰਨੋਂ ਆਪਣੀਆਂ ਪਤਨੀਆਂ ਨੂੰ ਲੈ ਕੇ ਆਪਣੇ ਲੋਕ ਵਿੱਚ ਚਲੇ ਗਏ, ਜਿਸ ਨਾਲ ਵਿਸ਼ਵ ਦਾ ਵਿਸਥਾਰ ਹੋਇਆ। ਸ਼ੰਕਾ ਸਮਾਧਾਨ। ਕੁਝ ਵਿਅਕਤੀ ਕਹਿੰਦੇ ਹਨ ਕਿ ਪਾਰਬਤੀ ਜੀ ਦੀ ਮੌਤ ਹੋ ਗਈ ਸੀ। ਉਸ ਦੇਵੀ ਦਾ ਪੁਨਰ ਜਨਮ ਰਾਜਾ ਦਕਸ਼ ਦੇ ਘਰ ਹੋਇਆ ਸੀ। ਯੁਵਾ ਹੋਣ ਉੱਤੇ ਦੇਵੀ ਸਤੀ ਯਾਨੀ ਪਾਰਬਤੀ ਜੀ ਨੇ ਨਾਰਦ ਦੇ ਦੱਸਣ ਪਿੱਛੋਂ ਸ੍ਰੀ ਸ਼ਿਵ ਜੀ ਨੂੰ ਪਤੀ ਬਣਾਉਣ ਦਾ ਦ੍ਰਿੜ ਸੰਕਲਪ ਕਰ ਲਿਆ ਅਤੇ ਆਪਣੀ ਮਾਤਾ ਜੀ ਦੇ ਮਾਧਿਅਮ ਨਾਲ ਆਪਣੀ ਇੱਛਾ ਪਿਤਾ ਦਕਸ਼ ਨੂੰ ਦੱਸੀ। ਤਾਂ ਰਾਜਾ ਦਕਸ਼ ਨੇ ਕਿਹਾ ਕਿ ਉਹ ਸ਼ਿਵ ਜੀ ਮੇਰਾ ਦਮਾਦ ਬਣਨ ਯੋਗ ਨਹੀਂ ਹੈ, ਕਿਉਂਕਿ ਉਹ ਨਗਨ ਰਹਿੰਦਾ ਹੈ, ਕੇਵਲ ਇੱਕ ਮਿਰਗਸ਼ਾਲਾ ਪਰਦੇ ਉੱਪਰ ਬੰਨ੍ਹਦਾ ਹੈ, ਸਰੀਰ ਉੱਤੇ ਰਾਖ ਲਗਾ ਕੇ ਭੰਗ ਦੇ ਨਸ਼ੇ ਵਿੱਚ ਰਹਿੰਦਾ ਹੈ, ਸੱਪਾਂ ਨੂੰ ਨਾਲ ਰੱਖਦਾ ਹੈ। ਅਜਿਹੇ ਵਿਅਕਤੀ ਨਾਲ ਮੈਂ ਆਪਣੀ ਬੇਟੀ ਦਾ ਵਿਆਹ ਕਰਕੇ ਜਗਤ ਵਿੱਚ ਹਾਸੇ ਦਾ ਪਾਤਰ ਨਹੀਂ ਬਣੂੰਗਾ। ਪਰੰਤੂ ਦੇਵੀ ਪਾਰਬਤੀ ਵੀ ਜਿੱਦ ਦੀ ਪੱਕੀ ਸੀ। ਉਸਨੇ ਆਪਣੀ ਇੱਛਾ ਸ੍ਰੀ ਸ਼ਿਵ ਜੀ ਦੇ ਕੋਲ ਭਿਜਵਾ ਦਿੱਤੀ ਅਤੇ ਕਿਹਾ ਕਿ ਮੈਂ ਆਪ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਰਾਜਾ ਦਕਸ਼ ਨੇ ਪਾਰਬਤੀ ਜੀ ਦਾ ਵਿਆਹ ਕਿਸੇ ਹੋਰ ਦੇ ਨਾਲ ਨਿਸ਼ਚਿਤ ਕਰ ਰੱਖਿਆ ਸੀ। ਉਸੇ ਦਿਨ ਸ੍ਰੀ ਸ਼ਿਵ ਜੀ ਆਪਣੇ ਨਾਲ ਹਜ਼ਾਰਾਂ ਦੀ ਸੰਖਿਆ ਵਿੱਚ ਭੂਤ ਪ੍ਰੇਤ ਭੈਰਵ ਅਤੇ ਆਪਣੇ ਗਣਾਂ ਨੂੰ ਲੈ ਕੇ ਵਿਆਹ ਮੰਡਪ ਉੱਤੇ ਪਹੁੰਚ ਗਏ। ਰਾਜਾ ਦਕਸ਼ ਦੇ ਸੈਨਿਕਾਂ ਨੇ ਵਿਰੋਧ ਕੀਤਾ। ਸ਼ਿਵ ਦੀ ਸੈਨਾ ਅਤੇ ਦਕਸ਼ ਦੀ ਸੈਨਾ ਵਿੱਚ ਯੁੱਧ ਹੋਇਆ। ਪਾਰਬਤੀ ਨੇ ਸ਼ਿਵ ਜੀ ਨੂੰ ਵਰਮਾਲਾ ਪਹਿਨਾ ਦਿੱਤੀ। ਪਾਰਬਤੀ ਨੂੰ ਬਲਪੂਰਵਕ ਲੈ ਕੇ ਸ੍ਰੀ ਸ਼ਿਵ ਜੀ ਕੈਲਾਸ਼ ਪਰਬਤ ਉੱਤੇ ਆਪਣੇ ਘਰ ਲੈ ਗਏ। ਕੁਝ ਵਿਅਕਤੀ ਕਹਿੰਦੇ ਹਨ ਕਿ ਦੇਖੋ ਸ੍ਰੀ ਸ਼ਿਵ ਜੀ ਵੀ ਪਵੇ ਬਰਾਤ ਲੈ ਕੇ ਪਾਰਬਤੀ ਨਾਲ ਵਿਆਹ ਕਰਨ ਆਏ ਸਨ। ਇਸ ਲਈ ਬਰਾਤ ਦੀ ਪਰੰਪਰਾ ਪੁਰਾਤਨ ਹੈ। ਇਸ ਲਈ ਬਰਾਤ ਬਿਨਾਂ ਵਿਆਹ ਦੀ ਸ਼ੋਭਾ ਨਹੀਂ ਹੁੰਦੀ। ਇਸ ਦਾ ਉੱਤਰ ਇਹ ਹੈ ਕਿ ਇਹ ਵਿਆਹ ਨਹੀਂ ਸੀ, ਇਹ ਤਾਂ ਪ੍ਰੇਮ ਪ੍ਰਸੰਗ ਸੀ। ਸ੍ਰੀ ਸ਼ਿਵ ਜੀ ਬਰਾਤ ਨਹੀਂ ਸੈਨਾ ਲਿਆਏ ਸਨ। ਪਾਰਬਤੀ ਨੂੰ ਬਲਪੂਰਵਕ ਉਠਾ ਕੇ ਲੈ ਜਾਣ ਦੇ ਲਈ ਵਿਆਹ ਦੀ ਪੁਰਾਤਨ ਪਰੰਪਰਾ ਸ੍ਰੀ ਦੇਵੀ ਮਹਾਪੁਰਾਣ ਦੇ ਤੀਸਰੇ ਸਕੰਦ ਵਿੱਚ ਹੈ, ਜੋ ਉੱਪਰ ਦੱਸ ਦਿੱਤੀ ਹੈ। ਬੇਟੀਆਂ ਤੇ ਬੇਟਿਆਂ ਨੂੰ ਚਾਹੀਦਾ ਹੈ ਕਿ ਆਪਣੇ ਮਾਤਾ ਪਿਤਾ ਜੀ ਦੀ ਇੱਛਾ ਅਨੁਸਾਰ ਵਿਆਹ ਕਰੋ। ਪ੍ਰੇਮ ਵਿਆਹ ਮਹਾਂਕਲੇਸ਼ ਦਾ ਕਾਰਨ ਬਣ ਜਾਂਦਾ ਹੈ। ਜਿਵੇਂ ਭਗਵਾਨ ਸ਼ਿਵ ਜੀ ਅਤੇ ਪਾਰਬਤੀ ਜੀ ਦਾ ਕਿਸੇ ਗੱਲ ਉੱਪਰ ਮਨ ਮੁਟਾਵ ਹੋ ਗਿਆ। ਸ਼ਿਵ ਜੀ ਨੇ ਪਾਰਬਤੀ ਜੀ ਨਾਲ ਪਤਨੀ ਵਿਵਹਾਰ ਬੰਦ ਕਰ ਦਿੱਤਾ ਸੀ ਅਤੇ ਬੋਲਚਾਲ ਵੀ ਬੰਦ ਕਰ ਦਿੱਤੀ। ਪਾਰਬਤੀ ਨੇ ਸੋਚਿਆ ਕਿ ਹੁਣ ਇਹ ਘਰ ਮੇਰੇ ਲਈ ਨਰਕ ਹੋ ਗਿਆ ਹੈ, ਇਸ ਲਈ ਕੁਝ ਦਿਨ ਆਪਣੀ ਮਾਂ ਦੇ ਕੋਲ ਚਲੀ ਜਾਂਦੀ ਹਾਂ। ਪਾਰਬਤੀ ਜੀ ਆਪਣੇ ਪਿਤਾ ਦਕਸ਼ ਦੇ ਘਰ ਮਾਇਕੇ ਵਿੱਚ ਚਲੀ ਗਈ। ਉਸ ਦਿਨ ਰਾਜਾ ਦਕਸ਼ ਨੇ ਇੱਕ ਹਵਨ ਯੱਗ ਦਾ ਆਯੋਜਨ ਕੀਤਾ ਹੋਇਆ ਸੀ। ਰਾਜਾ ਦਕਸ਼ ਨੇ ਆਪਣੀ ਬੇਟੀ ਦਾ ਸਤਿਕਾਰ ਨਹੀਂ ਕੀਤਾ ਅਤੇ ਕਿਹਾ ਕਿ ਅੱਜ ਕੀ ਲੈਣ ਆਈ ਹੋ, ਦੇਖ ਲਿਆ ਉਸ ਦਾ ਪ੍ਰੇਮ, ਚਲੀ ਜਾ ਘਰ ਤੋਂ। ਪਾਰਬਤੀ ਜੀ ਨੇ ਮਾਤਾ ਨੂੰ ਸ੍ਰੀ ਸ਼ਿਵ ਜੀ ਨਾਰਾਜ਼ ਹੋਣ ਦੀ ਕਥਾ ਦੱਸੀ ਸੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 28। ਮਾਤਾ ਨੇ ਆਪਣੇ ਪਤੀ ਦਕਸ਼ ਨੂੰ ਸਭ ਦੱਸਿਆ ਸੀ। ਪਾਰਬਤੀ ਜੀ ਨੂੰ ਹੁਣ ਨਾ ਮਾਇਕੇ ਵਿੱਚ ਸਥਾਨ ਸੀ, ਨਾ ਸੁਸਰਾਲ ਵਿੱਚ। ਪ੍ਰੇਮ ਵਿਆਹ ਨੇ ਐਸੀ ਗੰਭੀਰ ਸਥਿਤੀ ਉਤਪੰਨ ਕਰ ਦਿੱਤੀ ਕਿ ਦਕਸ਼ ਪੁੱਤਰੀ ਨੂੰ ਆਤਮ ਹੱਤਿਆ ਦੇ ਇਲਾਵਾ ਕੋਈ ਵਿਕਲਪ ਨਹੀਂ ਦਿਖਿਆ ਅਤੇ ਰਾਜਾ ਦਕਸ਼ ਦੇ ਵਿਸ਼ਾਲ ਹਵਨ ਕੁੰਡ ਵਿੱਚ ਜਲ ਕੇ ਮਰ ਗਈ। ਧਾਰਮਿਕ ਅਨੁਸ਼ਠਾਨ ਦਾ ਨਾਸ਼ ਕੀਤਾ, ਆਪਣਾ ਅਣਮੋਲ ਮਾਨਵ ਜੀਵਨ ਗੁਆਇਆ, ਪਿਤਾ ਦਾ ਨਾਸ਼ ਕਰਾਇਆ। ਕਿਉਂਕਿ ਜਦ ਸ੍ਰੀ ਸ਼ਿਵ ਜੀ ਨੂੰ ਪਤਾ ਚੱਲਿਆ ਤਾਂ ਉਹ ਆਪਣੀ ਸੈਨਾ ਲੈ ਕੇ ਪਹੁੰਚੇ ਅਤੇ ਆਪਣੇ ਸਸੁਰ ਦਕਸ਼ ਜੀ ਦੀ ਗਰਦਨ ਕੱਟ ਦਿੱਤੀ। ਬਾਅਦ ਵਿੱਚ ਬੱਕਰੇ ਦੀ ਗਰਦਨ ਲਗਾ ਕੇ ਜੀਵਤ ਕੀਤਾ। ਉਸ ਪ੍ਰੇਮ ਵਿਆਹ ਨੇ ਕਿਹੋ ਜਿਹਾ ਕਸਮਾਨ ਮਚਾਇਆ। ਸ਼ਿਵ ਸੈਨਾ ਨੂੰ ਬਰਾਤ ਦੱਸ ਕੇ ਕੁਪਰਥਾ ਨੂੰ ਜਨਮ ਦਿੱਤਾ ਗਿਆ ਹੈ ਅਤੇ ਇਹ ਪ੍ਰਸੰਗ ਪ੍ਰੇਮ ਵਿਆਹ ਰੂਪੀ ਕੁਪਰਥਾ ਦਾ ਜਨਕ ਹੈ, ਜੋ ਸਮਾਜ ਦੇ ਨਾਸ਼ ਦਾ ਕਾਰਨ ਹੈ। ਵਿਆਹ ਜੋ ਸੁਪ੍ਰਥਾ ਨਾਲ ਹੋਇਆ, ਉਹ ਅੱਜ ਤੱਕ ਸੁਖੀ ਜੀਵਨ ਜੀ ਰਹੇ ਹਨ। ਜਿਵੇਂ ਸ੍ਰੀ ਬ੍ਰਹਮਾ ਜੀ ਤੇ ਸ੍ਰੀ ਵਿਸ਼ਨੂੰ ਜੀ। ਵਿਆਹ ਕਰਨ ਦਾ ਉਦੇਸ਼ ਕੇਵਲ ਸੰਤਾਨ ਉਤਪੱਤੀ ਕਰਨਾ। ਫਿਰ ਪਤੀ ਪਤਨੀ ਮਿਲ ਕੇ ਮਿਹਨਤ ਕਰਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ। ਉਹਨਾਂ ਦਾ ਵਿਆਹ ਕਰ ਦਿੰਦੇ ਹਨ, ਫਿਰ ਉਹ ਘਰ ਵਸਾਉਂਦੇ ਹਨ। ਇਸ ਦੇ ਇਲਾਵਾ ਪ੍ਰੇਮ ਵਿਆਹ ਸਮਾਜ ਵਿੱਚ ਅਸ਼ਾਂਤੀ ਦਾ ਬੀਜ ਬੀਜਦਾ ਹੈ। ਸਮਾਜ ਵਿਗਾੜ ਦੀ ਚਿੰਗਾਰੀ ਹੈ। ਪ੍ਰੇਮ ਪ੍ਰਸੰਗ ਕਿਹੋ ਜਿਹਾ ਹੁੰਦਾ ਹੈ? ਉੱਤਰ: ਜੋ ਚਰਿੱਤਰਹੀਣ ਲੜਕੇ ਲੜਕੀਆਂ ਹੁੰਦੇ ਹਨ, ਉਹ ਚਲਤੇ ਸਮੇਂ ਅਜੀਬੋ ਗਰੀਬ ਐਕਟਿੰਗ ਕਰਦੇ ਹਨ। ਉਹਨਾਂ ਲਾਜ ਮਰਿਆਦੀ ਦ੍ਰਿਸ਼ਟੀ ਵੀ ਟੇਢੀ ਮੇਢੀ ਚਲਦੀ ਹੈ। ਕਦੀ ਬਣਾਵਟੀ ਮੁਸਕਰਾਉਣਾ, ਮੁੜ ਮੁੜ ਕੇ ਅੱਗੇ ਪਿੱਛੇ ਦੇਖਣਾ, ਚਟਕ ਮਟਕ ਕੇ ਚੱਲਣਾ ਉਹਨਾਂ ਪਾਪ ਆਤਮਾਵਾਂ ਦਾ ਸ਼ੌਂਕ ਹੁੰਦਾ ਹੈ, ਜੋ ਅੰਤ ਵਿੱਚ ਪ੍ਰੇਮ ਵਿਆਹ ਦਾ ਰੂਪ ਬਣ ਜਾਂਦਾ ਹੈ।
ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਦੋਨਾਂ ਦੇ ਹੋਰ ਵੀ ਪ੍ਰੇਮੀ ਪ੍ਰੇਮਿਕਾਵਾਂ ਸਨ। ਫਿਰ ਉਹਨਾਂ ਦੀ ਦਸ਼ਾ ਭਗਵਾਨ ਸ਼ਿਵਜੀ ਪਾਰਬਤੀ ਵਾਲੀ ਹੁੰਦੀ ਹੈ। ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ। ਵਿਆਹ ਕਰਨ ਦਾ ਉਦੇਸ਼ ਉੱਪਰ ਦੱਸ ਦਿੱਤਾ ਹੈ। ਇਸ ਤੋਂ ਹਟ ਕੇ ਜੋ ਵੀ ਕਦਮ ਯੁਵਾ ਉਠਾਉਂਦੇ ਹਨ ਉਹ ਜੀਵਨ ਸਫ਼ਰ ਨੂੰ ਨਰਕ ਬਣਾਉਣ ਵਾਲਾ ਹੁੰਦਾ ਹੈ। ਜੇਕਰ ਕਿਸੇ ਦਾ ਪ੍ਰੇਮ ਸੰਬੰਧ ਵੀ ਬਣ ਜਾਏ ਤਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਸਮਾਜ ਦੀ ਮਰਿਆਦਾ ਯਾਨੀ ਜਿਵੇਂ ਗੋਤਰ, ਪਿੰਡ ਤੇ ਵਿਆਹ ਖੇਤਰ ਭੰਗ ਨਾ ਹੁੰਦੀ ਹੋਵੇ, ਜਿਸ ਨਾਲ ਕੁੱਲ ਮਾਤਾ ਪਿਤਾ ਦੀ ਇੱਜ਼ਤ ਨੂੰ ਠੇਸ ਪਹੁੰਚੇ। ਗਲਤੀ ਨਾਲ ਅਜਿਹਾ ਹੋ ਵੀ ਜਾਏ ਅਤੇ ਬਾਅਦ ਵਿੱਚ ਪਤਾ ਚੱਲੇ ਤਾਂ ਲੜਕਾ ਲੜਕੀ ਨੂੰ ਚਾਹੀਦਾ ਹੈ ਕਿ ਤੁਰੰਤ ਉਸ ਪ੍ਰੇਮ ਨੂੰ ਤੋੜ ਦੇਣ। ਅੰਤਰਜਾਤੀ ਵਿਆਹ ਵਰਤਮਾਨ ਵਿੱਚ ਕਰਨ ਵਿੱਚ ਕੋਈ ਹਾਨੀ ਨਹੀਂ ਹੈ, ਪਰੰਤੂ ਉਪਰੋਕਤ ਮਰਿਆਦਾ ਦਾ ਧਿਆਨ ਜ਼ਰੂਰ ਰੱਖਣ। ਭਗਵਾਨ ਸ਼ਿਵ ਜੀ ਨੇ ਵੀ ਦੇਵੀ ਪਾਰਬਤੀ ਨੂੰ ਇਸੇ ਕਾਰਨ ਨਾਲ ਤਿਆਗਿਆ ਸੀ। ਕਥਾ ਇਸ ਪ੍ਰਕਾਰ ਹੈ। ਭਗਵਾਨ ਸ਼ਿਵ ਦਾ ਆਪਣੀ ਪਤਨੀ ਨੂੰ ਤਿਆਗਣਾ। ਜਿਸ ਸਮੇਂ ਸ੍ਰੀ ਰਾਮਚੰਦਰ ਪੁੱਤਰ ਸ੍ਰੀ ਦਸ਼ਰਥ ਯਾਨੀ ਰਾਜਾ ਅਯੋਧਿਆ ਬਨਵਾਸ ਦਾ ਸਮੇਂ ਬਿਤਾ ਰਹੇ ਸਨ, ਉਸ ਦੌਰਾਨ ਸੀਤਾ ਜੀ ਦਾ ਅਪਹਰਨ ਲੰਕਾ ਦੇ ਰਾਜਾ ਰਾਵਣ ਨੇ ਕਰ ਲਿਆ ਸੀ। ਸ੍ਰੀ ਰਾਮ ਨੂੰ ਪਤਾ ਨਹੀਂ ਸੀ। ਸੀਤਾ ਜੀ ਦੇ ਵਿਯੋਗ ਵਿੱਚ ਸ੍ਰੀ ਰਾਮ ਜੀ ਵਿਲਾਪ ਕਰ ਰਹੇ ਸਨ। ਆਕਾਸ਼ ਤੋਂ ਸ਼ਿਵ ਪਾਰਬਤੀ ਨੇ ਦੇਖਿਆ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 29। ਪਾਰਬਤੀ ਨੇ ਸ਼ਿਵ ਤੋਂ ਪੁੱਛਿਆ ਕਿ ਉਹ ਵਿਅਕਤੀ ਇੰਨੀ ਬੁਰੀ ਤਰ੍ਹਾਂ ਕਿਉਂ ਰੋ ਰਿਹਾ ਹੈ, ਇਸ ਉੱਤੇ ਕੀ ਬਿਪਤਾ ਆਈ ਹੈ। ਸ਼੍ਰੀ ਸ਼ਿਵ ਜੀ ਨੇ ਦੱਸਿਆ ਕਿ ਇਹ ਸਾਧਾਰਨ ਵਿਅਕਤੀ ਨਹੀਂ ਹੈ, ਇਹ ਸ੍ਰੀ ਵਿਸ਼ਨੂੰ ਜੀ ਹਨ ਜੋ ਰਾਜਾ ਦਸ਼ਰਥ ਦੇ ਘਰ ਜਨਮੇ ਹਨ। ਹੁਣ ਬਨਵਾਸ ਦਾ ਸਮੇਂ ਬਤਾ ਰਹੇ ਹਨ। ਇਹਨਾਂ ਦੀ ਪਤਨੀ ਸੀਤਾ ਵੀ ਇਹਨਾਂ ਦੇ ਨਾਲ ਆਈ ਸੀ। ਉਸ ਦਾ ਕਿਸੇ ਨੇ ਅਪਹਰਨ ਕਰ ਲਿਆ ਹੈ, ਇਸ ਲਈ ਦੁਖੀ ਹੈ। ਪਾਰਬਤੀ ਜੀ ਨੇ ਕਿਹਾ ਕਿ ਮੈਂ ਸੀਤਾ ਰੂਪ ਧਾਰਨ ਕਰਕੇ ਇਹਨਾਂ ਦੇ ਸਾਹਮਣੇ ਜਾਵਾਂਗੀ। ਜੇਕਰ ਮੈਨੂੰ ਪਹਿਚਾਣ ਲੈਣਗੇ ਤਾਂ ਮੈਂ ਮੰਨੂਗੀ ਕਿ ਉਹ ਅਸਲ ਵਿੱਚ ਭਗਵਾਨ ਹਨ। ਸ਼ਿਵ ਜੀ ਨੇ ਪਾਰਬਤੀ ਨੂੰ ਕਿਹਾ ਕਿ ਉਹ ਗਲਤੀ ਨਾ ਕਰਨਾ। ਜੇਕਰ ਆਪਨੇ ਸੀਤਾ ਰੂਪ ਧਾਰਨ ਕੀਤਾ ਤਾਂ ਮੇਰੇ ਕੰਮ ਦੀ ਨਹੀਂ ਰਹੇਗੀ। ਪਾਰਬਤੀ ਜੀ ਨੇ ਉਸ ਸਮੇਂ ਤਾਂ ਕਹਿ ਦਿੱਤਾ ਕਿ ਠੀਕ ਹੈ, ਮੈਂ ਪ੍ਰੀਖਿਆ ਨਹੀਂ ਲਊਂਗੀ। ਪਰੰਤੂ ਸ਼ਿਵ ਜੀ ਦੇ ਘਰ ਤੋਂ ਬਾਹਰ ਜਾਂਦੇ ਹੀ ਸੀਤਾ ਰੂਪ ਧਾਰਨ ਕਰ ਸ੍ਰੀ ਰਾਮ ਜੀ ਦੇ ਸਾਹਮਣੇ ਖੜੀ ਹੋ ਗਈ। ਸ੍ਰੀ ਰਾਮ ਜੀ ਬੋਲੇ, ਹੇ ਦਖਸ਼ ਪੁੱਤਰੀ ਮਾਇਆ, ਅੱਜ ਇਕੱਲੇ ਕਿਵੇਂ ਆਈ? ਸ੍ਰੀ ਸ਼ਿਵ ਜੀ ਨੂੰ ਕਿੱਥੇ ਛੱਡ ਆਈ? ਉਦੋਂ ਦੇਵੀ ਜੀ ਲੱਜਤ ਹੋਈ ਅਤੇ ਬੋਲੀ ਕਿ ਭਗਵਾਨ ਸ਼ਿਵ ਸੱਚ ਹੀ ਕਹਿ ਰਹੇ ਸਨ ਕਿ ਆਪ ਤਿਰਲੋਕੀਨਾਥ ਹੋ। ਆਪ ਨੇ ਮੈਨੂੰ ਪਹਿਚਾਣ ਲਿਆ, ਮੈਂ ਪ੍ਰੀਖਿਆ ਲੈਣ ਆਈ ਸੀ। ਭਗਵਾਨ ਸ਼ਿਵ ਨੂੰ ਵੀ ਪਤਾ ਚੱਲ ਗਿਆ ਕਿ ਪਾਰਬਤੀ ਨੇ ਸੀਤਾ ਰੂਪ ਧਾਰਨ ਕਰਕੇ ਪ੍ਰੀਖਿਆ ਲਈ ਹੈ। ਪਾਰਬਤੀ ਜੀ ਨੂੰ ਪੁੱਛਿਆ ਕਿ ਕਰ ਦਿੱਤਾ ਉਹੀ ਕੰਮ ਜਿਸ ਦੇ ਲਈ ਮਨਾ ਕੀਤਾ ਸੀ। ਪਾਰਬਤੀ ਜੀ ਨੇ ਝੂਠ ਬੋਲਿਆ ਕਿ ਮੈਂ ਕੋਈ ਪ੍ਰੀਖਿਆ ਨਹੀਂ ਲਈ ਹੈ। ਪਰੰਤੂ ਸ਼ਿਵ ਜੀ ਪੂਰੀ ਤਰ੍ਹਾਂ ਨਾਰਾਜ਼ ਹੋ ਗਏ ਅਤੇ ਪ੍ਰੇਮ ਵਿਆਹ ਨਰਕ ਦਾ ਕਾਰਨ ਬਣਿਆ, ਜੋ ਉੱਪਰ ਆਪ ਜੀ ਨੇ ਪੜ੍ਹਿਆ ਹੈ। ਇਸ ਲਈ ਯੁਵਕਾਂ ਨੂੰ ਨਿਵੇਦਨ ਹੈ ਕਿ ਆਪਣੀ ਕਮਜ਼ੋਰੀ ਦੇ ਕਾਰਨ ਮਾਤਾ ਪਿਤਾ ਅਤੇ ਸਮਾਜ ਵਿੱਚ ਜ਼ਹਿਰ ਨਾ ਘੋਲਣ। ਵਿਆਹ ਕਰਨਾ ਚੰਗੀ ਗੱਲ ਹੈ, ਬਕਵਾਸ ਕਰਨਾ ਬੁਰੀ ਗੱਲ ਹੈ। ਵਿਆਹ ਦੇ ਲਈ ਮਾਤਾ ਪਿਤਾ ਸਮੇਂ ਅਤੇ ਖੁਦ ਚਿੰਤਤ ਹੋ ਜਾਂਦੇ ਹਨ ਅਤੇ ਵਿਆਹ ਕਰਕੇ ਹੀ ਦਮ ਲੈਂਦੇ ਹਨ। ਫਿਰ ਯੁਵਾ ਕਿਉਂ ਸਿਰਦਰਦ ਮੁੱਲ ਲੈਂਦੇ ਹਨ? ਜਦ ਤੱਕ ਵਿਆਹ ਨਹੀਂ ਹੁੰਦਾ ਚਾਅ ਚੜਿਆ ਰਹਿੰਦਾ ਹੈ। ਵਿਆਹ ਦੇ ਪਿੱਛੋਂ ਬੱਚੇ ਹੋ ਜਾਂਦੇ ਹੈ। 7 ਸਾਲ ਦੇ ਪਿੱਛੋਂ ਮਹਿਸੂਸ ਹੋਣ ਲੱਗਦਾ ਹੈ ਕਿ ਇਹ ਕੀ ਬਣੀ। ਜਿਵੇਂ ਹਰਿਆਣਵੀ ਕਵੀ ਯਾਨੀ ਸਵਾਂਗੀ ਜਾਟ ਮੇਹਰ ਸਿੰਘ ਜੀ ਨੇ ਕਿਹਾ ਹੈ ਕਿ ਵਿਆਹ ਕਰਕੇ ਦੇਖ ਲਿਓ, ਜਿਸ ਨੇ ਦੇਖੀ ਜੇਲ੍ਹ ਨਹੀਂ ਹੈ। ਜਿਵੇਂ ਜੇਲ੍ਹ ਵਿੱਚ 4 ਦੀਵਾਰੀ ਅੰਦਰ ਰਹਿਣਾ ਮਜਬੂਰੀ ਹੁੰਦੀ ਹੈ, ਇਸ ਪ੍ਰਕਾਰ ਵਿਆਹ ਦੇ ਪਿੱਛੋਂ ਮਾਤਾ ਪਿਤਾ ਆਪਣੇ ਪਰਿਵਾਰ ਦੇ ਪੋਸ਼ਣ ਦੇ ਲਈ, ਗ੍ਰਹਿਸਥੀ ਜੀਵਨ ਜਿਉਣ ਦੇ ਲਈ ਸਮਾਜਿਕ ਮਰਿਆਦਾ ਰੂਪੀ 4 ਦੀਵਾਰੀ ਦੇ ਅੰਦਰ ਰਹਿਣਾ ਜ਼ਰੂਰੀ ਹੋ ਜਾਂਦਾ ਹੈ। ਆਪਣੀ ਮਰਜ਼ੀ ਨਹੀਂ ਚਲਾ ਸਕਦਾ, ਯਾਨੀ ਨੌਕਰੀ ਵਾਲਾ ਨੌਕਰੀ ਤੇ ਜਾਂਦਾ ਹੈ, ਮਜ਼ਦੂਰ ਮਜ਼ਦੂਰੀ ਉੱਤੇ ਅਤੇ ਕਿਸਾਨ ਖੇਤ ਦੇ ਕਾਰਜ ਨੂੰ ਕਰਨ ਦੇ ਲਈ ਮਜਬੂਰ ਹੈ, ਜੋ ਜ਼ਰੂਰੀ ਹੈ। ਇਸ ਲਈ ਵਿਵਾਹਿਕ ਜੀਵਨ ਮਰਿਆਦਾ ਰੂਪੀ ਕਾਰਾਗਾਰ ਕਹੀ ਜਾਂਦੀ ਹੈ। ਪਰੰਤੂ ਇਸ ਕਾਰਾਗਾਰ ਬਿਨਾਂ ਸੰਸਾਰ ਦੀ ਉਤਪੱਤੀ ਨਹੀਂ ਹੋ ਸਕਦੀ। ਆਪਣੇ ਮਾਤਾ ਪਿਤਾ ਜੀ ਨੇ ਵੀ ਵਿਆਹ ਕੀਤਾ, ਸਾਨੂੰ ਅਣਮੋਲ ਮਨੁੱਖ ਸਰੀਰ ਮਿਲਿਆ। ਇਸ ਸਰੀਰ ਵਿੱਚ ਭਗਤੀ ਕਰਕੇ ਮਾਨਵ ਮੋਕਸ਼ ਪ੍ਰਾਪਤ ਕਰ ਸਕਦਾ ਹੈ, ਜੋ ਵਿਆਹ ਦਾ ਹੀ ਵਰਦਾਨ ਹੈ। ਇਸ ਪਵਿੱਤਰ ਸੰਬੰਧ ਨੂੰ ਚਰਿੱਤਰਹੀਣ ਵਿਅਕਤੀ ਕਾਮੁਕ ਯਾਨੀ ਸੈਕਸੀ ਕਥਾ ਸੁਣਾ ਕੇ ਤੇ ਰਾਗ ਰਾਗਨੀ ਗਾ ਕੇ ਯੁਵਾ ਵਿੱਚ ਵਾਸ਼ਨਾ ਨੂੰ ਉਤਪ੍ਰੇਰਿਤ ਕਰਦੇ ਹਨ, ਜਿਸ ਨਾਲ ਸ਼ਾਂਤ ਤੇ ਮਰਿਆਦਤ ਮਾਨਵ ਸਮਾਜ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਕਾਰਨ ਕਈ ਪਰਿਵਾਰ ਉਜੜ ਜਾਂਦੇ ਹਨ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 30।
ਜਿਵੇਂ ਸਮਾਚਾਰ ਪੱਤਰਾਂ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਮੁੰਡਾ ਅਤੇ ਕੁੜੀ ਨੇ ਪਿੰਡ ਵਿੱਚ ਪ੍ਰੇਮ ਕਰਕੇ ਨਾਸ਼ ਦਾ ਬੀਜ ਬੋ ਦਿੱਤਾ। ਲੜਕੀ ਵਾਲਿਆਂ ਨੇ ਆਪਣੀ ਲੜਕੀ ਨੂੰ ਬਹੁਤ ਸਮਝਾਇਆ, ਪਰੰਤੂ ਗੰਦੀਆਂ ਫਿਲਮਾਂ ਤੋਂ ਪ੍ਰੇਰਿਤ ਲੜਕੀ ਨੇ ਇੱਕ ਨਹੀਂ ਮੰਨੀ। ਪਰਿਵਾਰ ਵਾਲਿਆਂ ਨੇ ਲੜਕੀ ਦੀ ਹੱਤਿਆ ਕਰ ਦਿੱਤੀ, ਜਿਸ ਕਾਰਨ ਲਈ ਲੜਕੀ ਦਾ ਭਾਈ, ਪਿਤਾ, ਮਾਤਾ ਤੇ ਭਾਬੀ ਵੀ ਜੇਲ੍ਹ ਗਏ। ਆਜੀਵਨ ਕਾਰਾਵਾਸ ਹੋ ਗਈ। ਉਹਨਾਂ ਦੋਨਾਂ ਨੇ ਪ੍ਰੇਮ ਪ੍ਰਸੰਗ ਰੂਪੀ ਅਗਨੀ ਨਾਲ ਪਰਿਵਾਰ ਜਲਾ ਦਿੱਤਾ, ਵਸੇ ਵਸਾਏ ਘਰ ਦਾ ਨਾਸ਼ ਕਰ ਦਿੱਤਾ। ਹੋਰ ਬਹੁਤ ਸਾਰੇ ਉਦਾਹਰਣ ਹਨ ਜਿਸ ਵਿੱਚ ਆਨਰ ਕਿਲਿੰਗ ਦਾ ਮੁਕੱਦਮਾ ਬਣਨ ਨਾਲ ਫਾਂਸੀ ਤੱਕ ਸਜ਼ਾ ਦਾ ਪ੍ਰਾਵਧਾਨ ਹੈ। ਹੇ ਜਵਾਨ ਬੱਚਿਓ, ਵਿਚਾਰ ਕਰੋ, ਮਾਤਾ ਪਿਤਾ ਆਪ ਤੋਂ ਕੀ ਉਮੀਦ ਲਈ ਜਿਉਂਦੇ ਹਨ, ਆਪ ਨੂੰ ਪੜ੍ਹਾਉਂਦੇ ਹਨ, ਪਾਲਦੇ ਹਨ। ਆਪ ਸਮਾਜਿਕ ਮਰਿਆਦਾ ਨੂੰ ਭੁੱਲ ਕੇ ਛੋਟੀ ਜਿਹੀ ਭੁੱਲ ਦੇ ਕਾਰਨ ਮਹਾਨ ਗਲਤੀ ਕਰਕੇ ਜੀਵਨ ਨਸ਼ਟ ਕਰ ਜਾਂਦੇ ਹਨ। ਇਸ ਲਈ ਬੱਚਿਆਂ ਨੂੰ ਸਤਸੰਗ ਸੁਣਾਉਣਾ ਜ਼ਰੂਰੀ ਹੈ। ਸਮਾਜਿਕ ਊਚ ਨੀਚ ਦਾ ਪਾਠ ਪੜ੍ਹਾਉਣਾ ਜ਼ਰੂਰੀ ਹੈ, ਜਿਸ ਦਾ ਲਗਭਗ ਅਭਾਵ ਹੋ ਚੁੱਕਾ ਹੈ। ਪ੍ਰਸ਼ਨ: ਬਾਰਾਤ ਦਾ ਪ੍ਰਚਲਨ ਕਿਵੇਂ ਹੋਇਆ? ਉੱਤਰ: ਰਾਜਾ ਲੋਕਾਂ ਤੋਂ ਆਰੰਭ ਹੋਇਆ। ਉਹ ਲੜਕੇ ਦੇ ਵਿਆਹ ਵਿੱਚ ਸੈਨਾ ਲੈ ਕੇ ਜਾਂਦੇ ਸਨ। ਰਸਤੇ ਵਿੱਚ ਰਾਜਾ ਦੀ ਸੁਰੱਖਿਆ ਦੇ ਲਈ ਸੈਨਾ ਜਾਂਦੀ ਸੀ, ਜਿਸ ਦਾ ਸਾਰਾ ਖਰਚ ਲੜਕੀ ਵਾਲੇ ਰਾਜਾ ਨੂੰ ਚੱਲਣਾ ਪੈਂਦਾ ਸੀ। ਸੇਠ ਸ਼ਾਹੂਕਾਰ ਦਹੇਜ ਵਿੱਚ ਜ਼ਿਆਦਾ ਆਭੂਸ਼ਣ ਤੇ ਧਨ ਦਿੰਦੇ ਸਨ। ਉਹ ਪਿੰਡ ਦੇ ਹੋਰ ਗਰੀਬ ਵਰਗ ਦੇ ਵਿਅਕਤੀਆਂ ਨੂੰ ਦਿਹਾੜੀ ਉੱਤੇ ਲੈ ਜਾਂਦੇ ਸਨ, ਜੋ ਸੁਰੱਖਿਆ ਦੇ ਲਈ ਹੁੰਦੇ ਸਨ। ਉਹਨਾਂ ਨੂੰ ਪਹਿਲੇ ਦਿਨ ਲੜਕੇ ਵਾਲਾ ਆਪਣੇ ਘਰ ਮਿਠਾਈ ਖਿਲਾਉਂਦਾ ਸੀ। ਲੜਕੀ ਵਾਲੇ ਤੋਂ ਹਰੇਕ ਰੱਖਿਅਕ ਨੂੰ ਇੱਕ ਚਾਂਦੀ ਦਾ ਰੁਪਇਆ ਅਤੇ ਇੱਕ ਪਿੱਤਲ ਦਾ ਗਲਾਸ ਦਿਲਵਾਇਆ ਜਾਂਦਾ ਸੀ। ਜੋ ਗਰੀਬ ਵਰਗ ਆਪਣੀ ਗੱਡੀ ਅਤੇ ਬੈਲ ਲੈ ਜਾਂਦੇ ਸਨ, ਉਹਨਾਂ ਨੂੰ ਕੁਝ ਅਧਿਕ ਰਾਸ਼ੀ ਦਾ ਪ੍ਰਲੋਭਨ ਦਿੱਤਾ ਜਾਂਦਾ ਸੀ। ਪਹਿਲਾਂ ਜੰਗਲ ਅਧਿਕ ਹੁੰਦੇ ਸਨ, ਆਵਾਜਾਈ ਦੇ ਸਾਧਨ ਨਹੀਂ ਸਨ। ਇਸ ਪ੍ਰਕਾਰ ਇਹ ਇੱਕ ਪਰੰਪਰਾ ਬਣ ਗਈ। ਉਸ ਸਮੇਂ ਅਕਾਲ ਪੈਦੇ ਸਨ। ਕੋਈ ਧਨੀ ਇਕੱਲਾ ਮਿਲ ਜਾਂਦਾ ਤਾਂ ਉਸ ਨੂੰ ਲੁੱਟਣਾ ਆਮ ਗੱਲ ਸੀ। ਇਸ ਕਾਰਨ ਬਾਰਾਤ ਰੂਪੀ ਸੈਨਾ ਦਾ ਪ੍ਰਚਲਨ ਹੋਇਆ। ਫਿਰ ਇਹ ਇੱਕ ਲੋਕ ਦਿਖਾਵਾ ਪਰੰਪਰਾ ਬਣ ਗਈ, ਜਿਸ ਦੀ ਹੁਣ ਬਿਲਕੁਲ ਜ਼ਰੂਰਤ ਨਹੀਂ ਹੈ। ਪ੍ਰਸ਼ਨ: ਭਾਂਤ ਤੇ ਨਿਉਂਦਾਰ ਕਿਵੇਂ ਚੱਲਿਆ? ਉੱਤਰ: ਉਸ ਦਾ ਮੂਲ ਵੀ ਬਾਰਾਤ ਦਾ ਆਉਣਾ, ਦਹੇਜ ਦਾ ਹੋਣਾ, ਬਾਰਾਤ ਲੈ ਜਾਣ ਦੇ ਲਈ ਲੜਕੇ ਵਾਲੇ ਦੁਆਰਾ ਮਿਠਾਈ ਖਵਾਉਣਾ, ਲੜਕੀ ਵਾਲੇ ਦੇ ਲਈ ਵੀ ਉਸ ਬਾਰਾਤ ਦੇ ਲਈ ਮਿਠਾਈ ਅਤੇ ਰੁਪਿਆ ਗਲਾਸ ਦੇਣਾ ਆਦਿ ਦੇ ਕਾਰਨ ਭਾਤ ਤੇ ਨਿਉਤਾ ਯਾਨੀ ਨਿਉਦਾ ਪ੍ਰਥਾ ਆਰੰਭ ਹੋਈ। ਨਿਉਤਾ ਸਮੂਹ ਵਿੱਚ ਪਿੰਡ ਅਤੇ ਆਸ-ਪਾਸ ਗੁਆਂਢ ਦੇ ਪ੍ਰੇਮੀ ਪਿਆਰੇ ਵਿਅਕਤੀ ਹੁੰਦੇ ਹਨ। ਜਿਸ ਦੇ ਲੜਕੇ ਜਾਂ ਲੜਕੀ ਦਾ ਵਿਆਹ ਹੋਵੇ ਤਾਂ ਇਕੱਲਾ ਪਰਿਵਾਰ ਨਹੀਂ ਚੱਲ ਸਕਦਾ। ਉਸ ਦੇ ਲਈ ਲਗਭਗ 100 ਜਾਂ ਵੱਧ ਮੈਂਬਰ ਉਸ ਸਮੂਹ ਵਿੱਚ ਹੁੰਦੇ ਹਨ। ਜਿਸ ਦੇ ਬੱਚੇ ਦਾ ਵਿਆਹ ਹੁੰਦਾ ਸੀ ਤਾਂ ਸਭ ਮੈਂਬਰ ਆਪਣੀ ਵਿੱਤੀ ਸਥਿਤੀ ਅਨੁਸਾਰ ਨਿਉਤਾ ਯਾਨੀ ਧਨ ਰਾਸ਼ੀ ਵਿਆਹ ਵਾਲੇ ਦੇ ਪਿਤਾ ਨੂੰ ਦਿੰਦੇ ਹਨ। ਕੋਈ 100 ਰੁਪਏ, ਕੋਈ 200 ਰੁਪਏ, ਕੋਈ ਘੱਟ, ਕੋਈ ਜ਼ਿਆਦਾ। ਇਹ ਇੱਕ ਪ੍ਰਕਾਰ ਦਾ ਨਿਸ਼ੁਲਕ ਉਧਾਰ ਹੁੰਦਾ ਹੈ, ਉਸ ਉੱਪਰ ਵਿਆਜ ਨਹੀਂ ਦੇਣਾ ਪੈਂਦਾ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 31। ਸਭ ਦੇ ਨਿਉਂਦੇ ਦਾ ਧਨ ਲਿਖਿਆ ਜਾਂਦਾ ਹੈ। ਹਰੇਕ ਸਦਸ ਦੀ ਵਹੀ ਯਾਨੀ ਡਾਇਰੀ ਵਿੱਚ ਪ੍ਰਤੇਕ ਵਿਆਹ ਉੱਪਰ ਨਿਉਂਦਾ ਲਿਖਿਆ ਹੁੰਦਾ ਹੈ। ਇਸ ਪ੍ਰਕਾਰ ਵਿਆਹ ਵਾਲੇ ਪਰਿਵਾਰ ਨੂੰ ਧਨ ਦੀ ਸਮੱਸਿਆ ਨਹੀਂ ਆਉਂਦੀ ਹੈ। ਭਾਤ ਵੀ ਇਸੀ ਕੜੀ ਵਿੱਚ ਭਰਿਆ ਜਾਂਦਾ ਹੈ। ਭੈਣ ਦੇ ਬੱਚਿਆਂ ਦੇ ਵਿਆਹ ਵਿੱਚ ਕੁਝ ਕੱਪੜੇ ਤੇ ਨਕਦ ਧਨ ਦੇਣਾ ਯਾਨੀ ਭਾਈ ਦੁਆਰਾ ਕੀਤੀ ਗਈ ਸਹਾਇਤਾ ਭਾਤ ਕਿਹਾ ਜਾਂਦਾ ਹੈ। ਜੋ ਧਨ ਭੈਣ ਨੇ ਵਾਪਸ ਨਹੀਂ ਦੇਣਾ ਹੁੰਦਾ, ਜਿਨ੍ਹਾਂ ਭੈਣਾਂ ਦੇ ਭਾਈ ਨਹੀਂ ਹਨ, ਉਹ ਉਸ ਦਿਨ ਅਤੀ ਦੁਖੀ ਹੁੰਦੀਆਂ ਹਨ, ਇਕਾਂਤ ਵਿੱਚ ਬੈਠ ਕੇ ਰੋਂਦੀਆਂ ਹਨ। ਪੀਲੀਆ: ਲੜਕਾ ਸੰਤਾਨ ਉਤਪੰਨ ਹੋਣ ਉੱਤੇ ਮਾਇਕੇ ਵਾਲਿਆਂ ਵੱਲੋਂ ਜੱਚਾ ਦੇ ਲਈ ਘਰ ਦਾ ਦੇਸ਼ੀ ਸ਼ੁੱਧ ਘਿਓ ਕੁਝ ਗੂੰਦ ਯਾਨੀ ਘਿਓ ਆਟਾ ਭੁੰਨ ਕੇ ਗੋਲਾ ਅਜਵਾਇਣ ਕਾਲੀ ਮਿਰਚ ਦਾ ਮਿਸ਼ਰਣ ਗੂੰਦ ਕਹਾਉਂਦਾ ਹੈ। ਨਵਜਾਤ ਬੱਚੇ ਦੇ ਛੋਟੇ-ਛੋਟੇ ਕੱਪੜਿਆਂ ਯਾਨੀ ਚੂਗਲੇ ਵੀ ਮਾਇਕੇ ਵਾਲੇ ਅਤੇ ਲੜਕੀ ਦੀਆਂ ਨਣਦਾਂ ਦੁਆਰਾ ਲਿਆਂਦੇ ਜਾਂਦੇ ਸਨ। ਇਹ ਪਰੰਪਰਾ ਹੈ। ਇਹ ਕੱਪੜੇ 1 ਸਾਲ ਦੇ ਪਿੱਛੋਂ ਬੇਅਰਥ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਪਰੰਪਰਾ ਨੂੰ ਤਿਆਗਣਾ ਹੈ, ਕਿਉਂਕਿ ਜੀਵਨ ਵਿੱਚ ਬੇਅਰਥ ਦਾ ਭਾਰ ਹੈ। ਆਪ ਆਪਣੀ ਬੇਟੀ ਦੀ ਸਹਾਇਤਾ ਕਰ ਸਕਦੇ ਹੋ। ਜਿਵੇਂ ਮੱਝ ਗਾਂ ਲੈਣੀ ਹੈ, ਬੇਟੀ ਦੀ ਵਿੱਤੀ ਸਥਿਤੀ ਕਮਜ਼ੋਰ ਹੈ ਤਾਂ ਉਸ ਨੂੰ ਨਕਦ ਰੁਪਏ ਦੇ ਸਕਦੇ ਹਨ। ਬੇਟੀ ਦਾ ਆਪ ਦੀ ਸੰਪત્ਤੀ ਵਿੱਚੋਂ ਹੱਕ ਦੇ ਸਕਦੇ ਹਨ। ਅਗਰ ਬੇਟੀ ਲੈਣਾ ਚਾਹੇ ਤਾਂ ਬੇਟੀ ਨੂੰ ਚਾਹੀਦਾ ਹੈ ਕਿ ਜ਼ਰੂਰਤ ਪੈਣ ਤੇ ਧਨ ਲੈ ਲਵੇ, ਪਰੰਤੂ ਫਿਰ ਵਾਪਿਸ ਦੇਵੇ। ਪਰਮਾਤਮਾ ਉੱਪਰ ਵਿਸ਼ਵਾਸ ਰੱਖੋ, ਆਪ ਦਾ सम्मान ਬਣਿਆ ਰਹੇਗਾ। ਸਮਾਧਾਨ: ਇਹ ਸਭ ਦਾ ਸਮਾਧਾਨ ਹੈ ਕਿ ਵਿਆਹ ਨੂੰ ਸੂਖਸ਼ਮ ਵੇਦ ਦੇ ਅਨੁਸਾਰ ਕੀਤਾ ਜਾਏ। ਆਪ ਜੀ ਨੇ 4 ਵੇਦ ਸੁਣੇ ਹਨ, ਯਜੁਰਵੇਦ, ਰਿਗਵੇਦ, ਸਾਮਵੇਦ ਤੇ ਅਥਰਵਵੇਦ, ਪਰੰਤੂ 5ਵਾਂ ਵੇਦ ਸੂਖਸ਼ਮ ਵੇਦ ਹੈ।
जिसे खुद पूर्ण ब्रह्म जी ने पृथ्वी उत्ते प्रगट हो के अपने मुख कमल तो ਅੰਮ੍ਰਿਤ ਬਾਣੀ द्वारा प्रदान किया है। मेरे यानी रामपाल दास ਦੇ ਅਨੁਆਈ ਉसी ਪੰਜਵੇਂ ਵੇਦ ਅਨੁਸਾਰ ਵਿਆਹ ਕਰਦੇ ਹਨ, ਜਿਸ ਵਿੱਚ ਕੋਈ ਉਪਰੋਕਤ ਪਰੰਪਰਾ ਦੀ ਜ਼ਰੂਰਤ ਨਹੀਂ ਪੈਂਦੀ। ਵਿਆਹ ਉੱਤੇ ਅਤੇ ਹੋਰ ਅਵਸਰਾਂ ਤੇ ਲੜਕੀ ਲੜਕੇ ਵਾਲੇ ਪੱਖ ਦਾ ਕੋਈ ਖਰਚ ਨਹੀਂ ਕਰਾਉਣਾ ਹੁੰਦਾ। ਕੇਵਲ ਕੰਨਿਆਦਾਨ ਯਾਨੀ ਬੇਟੀ ਦਾਨ ਕਰਨਾ ਹੈ। ਲੜਕੀ ਆਪਣੇ ਪਹਿਨਣ ਦੇ ਲਈ ਕੇਵਲ 4 ਡਰੈਸ ਲੈ ਜਾ ਸਕਦੀ ਹੈ। ਜੁੱਤਾ ਤਾਂ ਪਹਿਨ ਰੱਖਿਆ ਹੈ, ਬਸ ਜਿਸ ਘਰ ਵਿੱਚ ਜਾਏਗੀ ਉਹ ਪਰਿਵਾਰ ਉਸ ਬੇਟੀ ਨੂੰ ਆਪਣੇ ਘਰ ਦੇ ਮੈਂਬਰ ਦੀ ਤਰ੍ਹਾਂ ਰੱਖੇਗਾ। ਆਪਣੇ ਘਰ ਦੀ ਵਿੱਤੀ ਸਥਿਤੀ ਦੇ ਅਨੁਸਾਰ ਹੋਰ ਸਦस्य ਦੇ ਸਮਾਨ ਸਭ ਜ਼ਰੂਰੀ ਵਸਤੂਆਂ ਉਪਲਬਧ ਕਰਾਏਗਾ। ਬੇਟੀ ਆਪਣੇ ਮਾਤਾ-ਪਿਤਾ ਭਾਈ ਭਾਬੀ ਉੱਤੇ ਕੋਈ ਭਾਰ ਨਹੀਂ ਬਣੇਗੀ। ਜਦ ਕਦੀ ਆਪਣੇ ਮਾਇਕੇ ਆਏਗੀ ਤਾਂ ਕੋਈ ਸੂਟ ਤੇ ਨਕਦ ਨਹੀਂ ਲਏਗੀ, ਜਿਸ ਕਾਰਨ ਭਾਬੀ ਭਾਈ ਨੂੰ ਵੀ ਪਿਆਰੀ ਲੱਗੇਗੀ। ਭਾਬੀ ਨੂੰ ਨਣਦ ਇਸ ਲਈ ਖਟਕਦੀ ਹੈ ਕਿ ਆ ਗਈ 4-5 ਹਜ਼ਾਰ ਖਰਚ ਕਰਵਾ ਕੇ ਜਾਏਗੀ, ਪਰੰਤੂ ਸਾਡੀ ਬੇਟੀ ਸਨਮਾਨ ਦੇ ਨਾਲ ਆਏਗੀ ਅਤੇ ਸਨਮਾਨ ਦੇ ਨਾਲ ਵਾਪਸ ਜਾਏਗੀ। ਆਪਣੇ ਮਾਇਕੇ ਵਾਲਿਆਂ ਤੋਂ ਕੋਈ ਵਸਤੂ ਨਹੀਂ ਲਏਗੀ, ਜਿਸ ਨਾਲ ਦੋਨਾਂ ਪੱਖਾਂ ਦਾ ਪਰਸਪਰ ਜ਼ਿਆਦਾ ਪ੍ਰੇਮ ਸਦਾ ਬਣਿਆ ਰਹੇਗਾ। ਭਗਤੀ ਵੀ ਚੰਗੀ ਹੋਏਗੀ। ਇਸ ਪ੍ਰਕਾਰ ਜੀਣੇ ਦੀ ਰਾਹ ਯਥਾਰਥ ਰਾਹ ਉੱਤੇ ਚੱਲ ਕੇ ਜਲਦੀ ਮੰਜ਼ਿਲ ਯਾਨੀ ਮੋਕਸ਼ ਉੱਤੇ ਪਹੁੰਚਾਂਗੇ। ਆਪ ਜੀ ਸੁਣ ਰਹੇ ਹੋ जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 32। प्रश्न, जिन्हां नूं संतान प्राप्त नहीं हुंदी उस बेऔलाद यानी संतानहीन दा तां सवेरे जां शाम काम नूं जांदे समय मुख देखना बुरा मनदे हन। अजिहा क्यों? उत्तर, ਇਹ ਸੰਪੂਰਨ ਅਧਿਆਤਮਿਕ ਗਿਆਨ ਦੀ ਕਮੀ ਦੇ ਕਾਰਨ ਗਲਤ ਧਾਰਨਾ ਹੈ। ਪਾਠਕ ਜਨ ਇਸ ਪੁਸਤਕ ਦੇ ਪੰਨਾ ਨੰਬਰ 5 ਉੱਤੇ ਪੜ੍ਹੋ ਕਿ ਇੱਕ ਵਿਅਕਤੀ ਦੇ 4 ਪੁੱਤਰ ਸਨ। ਉਸ ਨੂੰ ਅਧਰੰਗ ਹੋ ਗਿਆ ਤਾਂ ਕਿਸੇ ਨੇ ਸੇਵਾ ਨਹੀਂ ਕੀਤੀ। ਕੀ ਉਸ ਆਦਮੀ ਦੇ ਦਰਸ਼ਨ ਇਸ ਲਈ ਚੰਗੇ ਨਹੀਂ ਹਨ ਕਿ ਉਸ ਦੇ ਸੰਤਾਨ ਹੈ? ਉਸ ਦੀ ਦੁਰਗਤੀ ਨੂੰ ਕੌਣ ਦੇਖਣਾ ਚੰਗਾ ਸਮਝੇਗਾ? ਕ੍ਰਿਤਕਣੀ ਪੁੱਤਰ। ਇੱਕ ਵਿਅਕਤੀ ਦੇ 2 ਪੁੱਤਰ ਸਨ। ਫੌਜ ਤੋਂ ਰਿਟਾਇਰਡ ਸੀ, ਪੈਨਸ਼ਨ ਬਣੀ ਸੀ। ਪੁੱਤਰ ਅਲੱਗ-ਅਲੱਗ ਹੋ ਗਏ। ਛੋਟੇ ਪੁੱਤਰ ਨੇ ਮਾਤਾ ਨੂੰ ਆਪਣੇ ਘਰ ਉੱਤੇ ਰੱਖ ਲਿਆ ਕਿਉਂਕਿ ਬੱਚੇ ਛੋਟੇ ਸਨ। ਮਾਤਾ ਉਹਨਾਂ ਦੀ ਦੇਖ-ਰੇਖ ਦੇ ਲਈ ਚਾਹੀਦੀ ਸੀ। ਵੱਡੇ ਦੇ ਬਾਂਟੇ ਪਿਤਾ ਆ ਗਿਆ। ਪਿਤਾ ਨੇ ਕਿਹਾ ਕਿ ਮੈਂ ਪੈਨਸ਼ਨ ਦੇ ਰੁਪਏ ਉਸ ਨੂੰ ਦੇਵਾਂਗਾ ਜਿਸ ਤੋਂ ਰੋਟੀ ਖਾਊਂਗਾ। ਛੋਟਾ ਬੇਟਾ ਕਹਿੰਦਾ ਸੀ ਕਹਿੰਦਾ ਕਿ ਅੱਧੀ ਵੰਡ ਦਿਆ ਕਰ। ਪਿਤਾ ਨੇ ਮਨਾ ਕਰ ਦਿੱਤਾ ਤਾਂ ਇੱਕ ਦਿਨ ਪਿਤਾ ਦੇ ਸਿਰ ਵਿੱਚ ਲਾਠੀ ਮਾਰੀ। ਪਿਤਾ ਤੁਰੰਤ ਮਰ ਗਿਆ। ਲੜਕੇ ਨੂੰ ਆਜੀਵਨ ਕਾਰਾਵਾਸ ਦੀ ਸਜ਼ਾ ਹੋ ਗਈ। ਵਿਅਕਤੀ ਨੂੰ ਪੁੱਤਰ ਪ੍ਰਾਪਤ ਹੋਣ ਦੇ ਕਾਰਨ ਉਸ ਦੇ ਦਰਸ਼ਨ ਸ਼ੁਭ ਮੰਨੇ ਜਾਂਦੇ ਸਨ, ਜਿਸ ਦੇ ਨਾਲ ਅਸ਼ੁਭ ਹੋ ਗਿਆ। ਹੁਣ ਅਧਿਆਤਮਕ ਤਰਾਜੂ ਯਾਨੀ ਤੱਕੜੀ ਵਿੱਚ ਤੋਲ ਕੇ ਦੇਖਦੇ ਹਾਂ ਕਿ ਬਿਨਾਂ ਸੰਤਾਨ ਵਾਲੇ ਦੇ ਦਰਸ਼ਨ ਸ਼ੁਭ ਹਨ ਜਾਂ ਅਸ਼ੁਭ। ਜਿਵੇਂ ਇਸੇ ਪੁਸਤਕ ਵਿੱਚ ਉੱਪਰ ਸਪਸ਼ਟ ਕੀਤਾ ਹੈ ਕਿ ਪਰਿਵਾਰ ਸੰਸਕਾਰਾਂ ਤੋਂ ਬਣਦਾ ਹੈ। ਕੋਈ ਕਰਜ਼ ਉਤਾਰਨ ਦੇ ਲਈ ਪਿਤਾ ਪੁੱਤਰੀ, ਪਤਨੀ, ਮਾਤਾ ਪਿਤਾ, ਭੈਣ ਭਾਈ ਆਦਿ ਦੇ ਰੂਪ ਵਿੱਚ ਜਨਮ ਲੈ ਕੇ ਪਰਿਵਾਰ ਰੂਪ ਵਿੱਚ ਠਾਠ ਨਾਲ ਰਹਿੰਦੇ ਹਨ, ਪਰੰਤੂ ਕੋਈ ਯੁਵਾ ਅਵਸਥਾ ਵਿੱਚ ਮਰ ਜਾਂਦੇ ਹਨ, ਕੋਈ ਵਿਆਹ ਹੁੰਦੇ ਹੀ ਮਰ ਜਾਂਦੇ ਹਨ। ਇਹ ਸਭ ਆਪਣਾ ਰਿਣ ਪੂਰਾ ਹੁੰਦੇ ਹੀ ਅਵਿਲੰਬ ਸਰੀਰ ਤਿਆਗ ਜਾਂਦੇ ਹਨ। ਜਿਨ੍ਹਾਂ ਨੂੰ ਸੰਤਾਨ ਨਹੀਂ ਹੋਈ ਹੈ ਉਹਨਾਂ ਦਾ ਕੋਈ ਲੈਣ ਦੇਣ ਬਾਕੀ ਨਹੀਂ ਹੈ। ਉਹ ਜੇਕਰ ਪੂਰਨ ਗੁਰੂ ਤੋਂ ਦੀਖਿਆ ਲੈ ਕੇ ਭਗਤੀ ਕਰਨ ਤਾਂ ਉਹਨਾਂ ਜਿਹਾ ਸੁਭਾਗਵਾਨ ਕੋਈ ਨਹੀਂ ਹੈ। ਉਹ ਨਾ ਕਿਸੇ ਦੇ ਜਨਮ ਦੀ ਖੁਸ਼ੀ ਨਾ ਮਿਰਤੂ ਦਾ ਦੁੱਖ। ਉਹਨਾਂ ਬਿਨਾਂ ਔਲਾਦ ਵਾਲਿਆਂ ਦੇ ਦਰਸ਼ਨ ਤਾਂ ਅਤਿ ਸ਼ੁਭ ਹੈ। ਜੇਕਰ ਭਗਤੀ ਨਹੀਂ ਕਰਦੇ ਤਾਂ ਚਾਹੇ ਔਲਾਦ ਯਾਨੀ ਸੰਤਾਨ ਵਾਲੇ ਹੋਣ, ਚਾਹੇ ਬੇ ਔਲਾਦ ਯਾਨੀ ਬਿਨਾਂ ਸੰਤਾਨ ਵਾਲੇ, ਦੋਨੋਂ ਹੀ ਆਪਣਾ ਜੀਵਨ ਨਸ਼ਟ ਕਰ ਜਾਂਦੇ ਹਨ। ਜੇਕਰ ਭਗਤੀ ਕਰਦੇ ਹਨ ਤਾਂ ਦੋਨੋਂ ਦੇ ਦਰਸ਼ਨ ਸ਼ੁਭ ਹਨ। ਬੇ ਔਲਾਦ ਸਾਵਧਾਨ। ਜਿਨ੍ਹਾਂ ਪੁੰਨ ਆਤਮਾਵਾਂ ਨੂੰ ਸੰਤਾਨ ਨਹੀਂ ਹੁੰਦੀ ਤਾਂ ਅਧਿਆਤਮਿਕ ਗਿਆਨ ਦੇ ਅਭਾਵ ਨਾਲ ਉਹਨਾਂ ਦੀ ਤਰਫ ਸੰਤਾਨ ਪ੍ਰਾਪਤੀ ਦੀ ਬਣੀ ਰਹਿੰਦੀ ਹੈ। ਉਸ ਦੇ ਲਈ ਹਰ ਸੰਭਵ ਯਤਨ ਕਰਦੇ ਹਨ, ਫਿਰ ਵੀ ਕੋਈ ਲੈਣ ਦੇਣ ਵਾਲਾ ਯਾਨੀ ਸੰਤਾਨ ਨਹੀਂ ਮਿਲਦਾ ਹੈ ਤਾਂ ਆਜੀਵਨ ਸੰਤਾਨ ਪ੍ਰਾਪਤੀ ਨਾ ਹੋਣ ਦੇ ਦੁੱਖ ਨੂੰ ਝੱਲਦੇ ਹਨ। ਵਿਸ਼ੇਸ਼ਕਰ ਇਸਤਰੀ ਦੀ ਸੰਤਾਨ ਉਤਪੰਨ ਕਰਨ ਦੀ ਇੱਛਾ ਪ੍ਰਬਲ ਹੁੰਦੀ ਹੈ। ਉਹ ਆਪਣੇ ਆਪ ਨੂੰ ਬਾਂਝ ਕਹਾਉਣਾ ਨਹੀਂ ਚਾਹੁੰਦੀ। ਭਲੇ ਹੀ ਜਾਂਚ ਕਰਕੇ ਡਾਕਟਰ ਦੱਸ ਦਿੰਦੇ ਹਨ ਕਿ ਆਪ ਵਿੱਚ ਬਾਂਝ ਦੇ ਕੋਈ ਲੱਛਣ ਨਹੀਂ ਹਨ। ਵਿਧਾਤਾ ਦੀ ਲੀਲਾ ਹੈ, ਪਰੰਤੂ ਤੱਤਵ ਗਿਆਨਹੀਨ ਇਸਤਰੀ ਇਸ ਤਰਫ ਵਿੱਚ ਮਰ ਜਾਂਦੀ ਹੈ। ਭਗਤੀ ਨਾ ਕਰਨ ਦੇ ਕਾਰਨ ਉਸ ਦਾ ਅਗਲਾ ਜਨਮ ਕੁੱਤੀ ਦਾ ਹੁੰਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤत्वदर्शी संत रामपाल जी महाराज द्वारा लिखित किताब जीने की राह दा पन्ना नंबर 33। ਫਿਰ ਯਮ ਦੇ ਦੂਤ ਉਸ ਨੂੰ ਕਹਿੰਦੇ ਹਨ ਕਿ ਭੈਣ ਜੀ ਹੁਣ ਸੰਤਾਨ ਪੈਦਾ ਕਰਕੇ ਸਾਰੀ ਕਸਰ ਕੱਢ ਲੈ। ਇੱਕ ਵਿਆਂਤ ਵਿੱਚ 8 ਜੰਮੇਗੀ ਯਾਨੀ ਜਨਮ ਦੇਵੇਗੀ।
ਫਿਰ ਅਗਲਾ ਜਨਮ ਤੇਰਾ ਸੂਰੀ ਦਾ ਹੋਏਗਾ। ਇੱਕ ਵਾਰ ਵਿੱਚ 12 ਸੰਤਾਨ ਨੂੰ ਜਨਮ ਦੇਵੇਂਗੀ ਅਤੇ 7-8 ਵਿਆਂਤ ਕਰੇਂਗੀ। ਸੰਤਾਨ ਭੁੱਖ ਮਿਟਾ ਲਈ। ਹੇ ਪੁੰਨ ਆਤਮਾ ਪਾਠਕ ਮਾਤਾਓ ਭੈਣੋ, ਅਧਿਆਤਮ ਗਿਆਨ ਨੂੰ ਸਮਝੋ। ਮਾਨਵ ਜੀਵਨ ਨੂੰ ਸਫਲ ਬਣਾਓ। ਜੀਣੇ ਦੀ ਰਾਹ ਸੰਵਾਰੋ ਯਾਨੀ ਨਿਰਬਾਧ ਬਣਾਓ। ਯਾਨੀ ਪੂਰਨ ਗੁਰੂ ਤੋਂ ਦੀਖਿਆ ਲੈ ਕੇ ਭਗਤੀ ਕਰਕੇ ਕਲਿਆਣ ਕਰਵਾਓ। ਵਿਆਹ ਵਿੱਚ ਗਿਆਨਹੀਣ ਨੱਚਦੇ ਹਨ। ਇੱਕ ਦਿਨ ਸਮਾਚਾਰ ਪੱਤਰ ਵਿੱਚ ਪੜ੍ਹਿਆ ਕਿ ਰੋਹਤਕ ਦਾ ਲੜਕਾ ਭਿਵਾਨੀ ਵਿਆਹ ਦੇ ਲਈ ਕਾਰ ਵਿੱਚ ਜਾ ਰਿਹਾ ਸੀ। ਉਸ ਦੇ ਨਾਲ ਦੋਨੋਂ ਭੈਣਾਂ ਦੇ ਪਤੀ ਵੀ ਉਸ ਕਾਰ ਵਿੱਚ ਸਵਾਰ ਸਨ। ਪਹਿਲੇ ਦਿਨ ਸਭ ਪਰਿਵਾਰ ਵਾਲੇ ਯਾਨੀ ਭੈਣ, ਮਾਤਾ, ਪਿਤਾ, ਭਾਈ, ਬਟੇਊ, ਚਾਚੇ, ਤਾਊ ਡੀਜੇ ਵਜਾ ਕੇ ਨੱਚ ਰਹੇ ਸਨ। ਉਦਮਸਤ ਉਤਾਰ ਰੱਖਿਆ ਸੀ। ਕਲਾਨੌਰ ਦੇ ਕੋਲ ਦੁਲਹੇ ਵਾਲੀ ਗੱਡੀ ਵੱਡੇ ਟਰਾਲੇ ਨਾਲ ਜਾ ਟਕਰਾਈ। ਸਾਰੇ ਕਾਰ ਦੇ ਯਾਤਰੀ ਮਾਰੇ ਗਏ। ਦੁਲਹਾ ਮਰਿਆ। ਦੋਨੋਂ ਭੈਣਾਂ ਵਿਧਵਾ ਹੋਈਆਂ। ਇੱਕ ਹੀ ਪੁੱਤਰ ਸੀ। ਸਰਵਨਾਸ਼ ਹੋ ਗਿਆ। ਹੁਣ ਨੱਚ ਲਓ ਡੀਜੇ ਵਜਾ ਕੇ। ਪਰਮਾਤਮਾ ਦੀ ਭਗਤੀ ਕਰਨ ਨਾਲ ਇਹੋ ਜਿਹੇ ਸੰਕਟ ਟਲ ਜਾਂਦੇ ਹਨ। ਇਸ ਲਈ ਮੇਰੇ ਯਾਨੀ ਰਾਮਪਾਲ ਦਾਸ ਦੇ ਅਨੁਆਈਆਂ ਨੂੰ ਸਖਤ ਆਦੇਸ਼ ਹੈ ਕਿ ਪਰਮਾਤਮਾ ਤੋਂ ਡਰ ਕੇ ਕਾਰਜ ਕਰੋ। ਸਮਾਨ ਵਿਧੀ ਤੋਂ ਵਿਆਹ ਕਰੋ। ਇਸ ਗੰਦੇ ਲੋਕ ਯਾਨੀ ਕਾਲ ਦੇ ਲੋਕ ਵਿੱਚ ਇੱਕ ਪਲ ਦਾ ਵਿਸ਼ਵਾਸ ਨਹੀਂ ਕਿ ਕਦ ਬਿਜਲੀ ਗਿਰ ਜਾਏ। ਸੰਤਾਂ ਦੀ ਸਿੱਖਿਆ। ਇੱਕ ਪਿੰਡ ਦਾ ਵਿਅਕਤੀ ਪਹਿਲੀ ਵਾਰ ਸ੍ਰੀ ਨਾਨਕ ਦੇਵ ਜੀ ਦੇ ਕੋਲ ਗਿਆ। ਉਸਨੇ ਦੇਖਿਆ ਕਿ ਸੰਤ ਜੀ ਉਦਾਸ ਅਵਸਥਾ ਵਿੱਚ ਇਕਾਂਤ ਵਿੱਚ ਬੈਠੇ ਸਨ, ਯਾਨੀ ਸਿਮਰਨ ਕਰ ਰਹੇ ਸਨ। ਉਸ ਆਦਮੀ ਨੇ ਸਤਨਾਮ ਵਾਹਿਗੁਰੂ ਬੋਲਿਆ। ਸ੍ਰੀ ਨਾਨਕ ਜੀ ਨੇ ਵੀ ਉੱਤਰ ਦਿੱਤਾ, ਭੋਜਨ ਕਰਾਇਆ, ਗਿਆਨ ਵਿਚਾਰ ਸੁਣਾਏ। ਉਹ ਵਿਅਕਤੀ ਚਲਾ ਗਿਆ। ਇੱਕ ਦਿਨ ਫਿਰ ਉਹੀ ਵਿਅਕਤੀ ਆਇਆ ਅਤੇ ਬੋਲਿਆ, ਮਹਾਰਾਜ ਜੀ ਆਪ ਕਦੀ ਖੁਸ਼ ਦਿਖਾਈ ਨਹੀਂ ਦਿੰਦੇ, ਕੀ ਕਾਰਨ ਹੈ? ਸੰਤ ਨਾਨਕ ਜੀ ਨੇ ਕਿਹਾ ਕਿ ਨਾ ਜਾਣੇ ਕਾਲ ਕੀ ਕਰ ਡਾਰੇ, ਕਿਸ ਵਿਧੀ ਢਲ ਜਾਏ ਪਾਸਾਵੇ। ਜਿਨ੍ਹਾਂ ਦੇ ਸਿਰ ਉੱਤੇ ਮੌਤ ਖੁੜਕਦੀ, ਉਹਨਾਂ ਨੂੰ ਕਿਹੜਾ ਹਾਸਾਵੇ। ਭਾਵ ਅਰਥ। ਸੰਤ ਨਾਨਕ ਜੀ ਨੇ ਕਿਹਾ ਕਿ ਹੇ ਭਾਈ, ਇਸ ਮ੍ਰਿਤੂ ਲੋਕ ਵਿੱਚ ਸਭ ਨਾਸ਼ਵਾਨ ਹਨ। ਪਤਾ ਨਹੀਂ ਕਿਸ ਦੀ ਜਾਣ ਦੀ ਵਾਰੀ ਕਦ ਆ ਜਾਵੇ। ਇਸ ਲਈ ਜਿਨ੍ਹਾਂ ਦੇ ਸਿਰ ਉੱਤੇ ਮੌਤ ਗਰਜ ਰਹੀ ਹੋਵੇ, ਉਸ ਵਿਅਕਤੀ ਨੂੰ ਨੱਚਣਾ ਗਾਉਣਾ ਹਾਸਾ ਮਜ਼ਾਕ ਕਿਵੇਂ ਅੱਛਾ ਲੱਗੇਗਾ। ਮੂਰਖ ਜਾਂ ਨਸ਼ੇ ਵਾਲਾ ਵਿਅਕਤੀ ਇਸ ਗੰਦੇ ਲੋਕ ਵਿੱਚ ਖੁਸ਼ੀ ਮਨਾਉਂਦਾ ਹੈ। ਜਿਵੇਂ ਇੱਕ ਵਿਅਕਤੀ ਦੀ ਪਤਨੀ ਨੂੰ ਵਿਆਹ ਦੇ 10 ਸਾਲ ਪਿੱਛੋਂ ਪੁੱਤਰ ਹੋਇਆ। ਉਸ ਦੇ ਉਤਪੰਨ ਹੋਣ ਦੀ ਖੁਸ਼ੀ ਵਿੱਚ ਲੱਡੂ ਬਣਾਏ, ਬੈਂਡ ਬਾਜ਼ਾ ਬਜਾਏ, ਉਦਮਸਤ ਉਤਾਰ ਦਿੱਤਾ। ਅਗਲੇ ਸਾਲ ਜਨਮ ਦਿਨ ਨੂੰ ਹੀ ਮ੍ਰਿਤੂ ਹੋ ਗਈ। ਕਿੱਥੇ ਤਾਂ ਜਨਮ ਦਿਨ ਦੀ ਖੁਸ਼ੀ ਦੀ ਤਿਆਰੀ ਸੀ, ਕਿੱਥੇ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਘਰ ਨਰਕ ਬਣ ਗਿਆ। ਹੁਣ ਮਨਾ ਲਓ ਖੁਸ਼ੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 34। ਉਹ ਵਿਅਕਤੀ ਇਹ ਸੱਚਾਈ ਸੁਣ ਕੇ ਕੰਬ ਗਿਆ ਅਤੇ ਬੋਲਿਆ ਕਿ ਹੇ ਪ੍ਰਭੂ, ਆਪ ਦੀਆਂ ਗੱਲਾਂ ਸੱਚ ਹਨ, ਪਰੰਤੂ ਕੀ ਆਪ ਕਦੀ ਖੁਸ਼ੀ ਨਹੀਂ ਮਨਾਉਂਦੇ? ਸ੍ਰੀ ਨਾਨਕ ਜੀ ਨੇ ਉੱਤਰ ਦਿੱਤਾ ਕਿ ਖੁਸ਼ੀ ਮਨਾਉਂਦਾ ਹਾਂ। ਸਾਧ ਮਿਲੇ ਸਾਡੀ ਸ਼ਾਦੀ ਹੁੰਦੀ, ਵਿਛੜਦਿਆ ਦਿਲਗਿਰੀ ਵੇ। ਅਖਦੇ ਨਾਨਕ ਸੁਣੋ ਜਹਾਨਾ, ਮੁਸ਼ਕਲ ਹਾਲ ਫਕੀਰੀ ਵੇ। ਭਾਵ ਅਰਥ। ਜਦ ਮੇਰੇ ਸ਼ਰਧਾਲੂ ਸਤਸੰਗ ਸੁਣਨ ਆਉਂਦੇ ਹਨ ਤਾਂ ਸਾਧ ਸੰਗਤ ਨੂੰ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਸਭ ਭਗਤੀ ਉੱਤੇ ਲੱਗੇ ਹਨ, ਕੋਈ ਵਿਚਲਿਤ ਨਹੀਂ ਹੋਇਆ ਹੈ। ਜਦ ਇਹ ਸਤਸੰਗ ਦੇ ਪਿੱਛੋਂ ਜਾਂਦੇ ਹਨ ਤਾਂ ਉਦਾਸੀ ਛਾ ਜਾਂਦੀ ਹੈ ਕਿ ਕਿਤੇ ਕੋਈ ਸਿਰਫਿਰਾ ਇਹਨਾਂ ਨੂੰ ਪਰਮਿਤ ਕਰਕੇ ਪਰਮਾਤਮਾ ਤੋਂ ਦੂਰ ਨਾ ਕਰ ਦੇਵੇ। ਸ੍ਰੀ ਨਾਨਕ ਜੀ ਨੇ ਕਿਹਾ ਕਿ ਗਿਆਨਹੀਣ ਸੰਤਾਂ ਨੇ ਫਕੀਰੀ ਯਾਨੀ ਭਗਤੀ ਨੂੰ ਕਠਿਨ ਬਣਾ ਦਿੱਤਾ ਹੈ। ਉਹ ਪੂਰਨ ਮੋਕਸ਼ ਮਾਰਗ ਜਾਣਦੇ ਨਹੀਂ, ਪਰਮਿਤ ਕਰਨ ਨੂੰ ਗੁਰੂ ਬਣੇ ਹਨ, ਜੋ ਮਿੱਠੀਆਂ ਗੱਲਾਂ ਬਣਾ ਕੇ ਮੇਰੇ ਭਗਤਾਂ ਨੂੰ ਕਾਲ ਦੇ ਜਾਲ ਵਿੱਚ ਲੈ ਜਾਂਦੇ ਹਨ। ਇਸ ਲਈ ਜਦ ਤੱਕ ਉਹ ਸਾਰੇ ਮੁੜ ਸਤਸੰਗ ਵਿੱਚ ਨਹੀਂ ਆਉਂਦੇ ਤਾਂ ਮੈਨੂੰ ਚਿੰਤਾ ਬਣੀ ਰਹਿੰਦੀ ਹੈ। ਸਾਰੇ ਆ ਜਾਂਦੇ ਹਨ ਤਾਂ ਖੁਸ਼ੀ ਹੁੰਦੀ ਹੈ, ਪਰੰਤੂ ਅਸੀਂ ਨੱਚਦੇ ਗਾਉਂਦੇ ਨਹੀਂ, ਦਿਲ ਵਿੱਚ ਮਹਿਸੂਸ ਕਰਦੇ ਹਨ। ਮੌਤ ਨੂੰ ਕਦੀ ਨਹੀਂ ਭੁੱਲਦੇ। ਕਬੀਰ ਜੀ ਨੇ ਕਿਹਾ ਹੈ, ਮੌਤ ਬਿਸਾਰੀ ਮੂਰਖਾ, ਅਚਰਜ ਕੀਆ ਕੌਣ, ਤਨ ਮਿੱਟੀ ਮੇਂ ਮਿਲ ਜਾਏਗਾ ਜਿਉ ਆਟੇ ਮੇਂ ਲੂਣ। ਸ਼ਬਦ ਅਰਥ। ਹੇ ਮੂਰਖ ਮਾਨਵ, ਤੁਸੀਂ ਕਿਹੋ ਜਿਹਾ ਅਚਰਜ ਕਰ ਰੱਖਿਆ ਹੈ ਕਿ ਮ੍ਰਿਤਯੂ ਨੂੰ ਭੁੱਲਿਆ ਹੈ। ਤੇਰਾ ਸਰੀਰ ਇੱਕ ਦਿਨ ਮ੍ਰਿਤਯੂ ਨੂੰ ਪ੍ਰਾਪਤ ਹੋ ਕੇ ਮਿੱਟੀ ਵਿੱਚ ਮਿਲ ਜਾਵੇਗਾ। ਤੇਰਾ ਨਾਮੋ ਨਿਸ਼ਾਨ ਯਾਨੀ ਚਿੰਨ੍ਹ ਵੀ ਦਿਖਾਈ ਨਹੀਂ ਦੇਗਾ, ਜਿਵੇਂ ਆਟੇ ਵਿੱਚ ਨਮਕ ਮਿਲਣ ਤੇ ਦਿਖਾਈ ਨਹੀਂ ਦਿੰਦਾ। ਭਾਵ ਅਰਥ ਹੈ ਕਿ ਮੌਤ ਦਾ ਦਿਨ ਭੁੱਲ ਕੇ ਹੀ ਮਨੁੱਖ ਯਾਨੀ ਇਸਤਰੀ ਤੇ ਪੁਰਸ਼ ਸਵਾਰਥ ਵਸ ਗਲਤੀਆਂ ਕਰਦਾ ਹੈ ਅਤੇ ਸੰਸਾਰ ਵਿੱਚ ਬੇਫਿਕਰ ਰਹਿੰਦਾ ਹੈ। ਜੇਕਰ ਮੌਤ ਯਾਦ ਹੈ ਤਾਂ ਮਾਨਵ ਕਦੇ ਪਾਪ ਜਾਂ ਗਫਲਤ ਨਹੀਂ ਕਰ ਸਕਦਾ। ਹੋਰ ਉਦਾਹਰਨ। ਇੱਕ ਸੇਠ ਇੱਕ ਦਿਨ ਸੰਤ ਦੇ ਆਸ਼ਰਮ ਵਿੱਚ ਗਿਆ। ਸੰਤ ਦੀ ਕਿਰਪਾ ਨਾਲ ਉਸ ਨੂੰ ਚੰਗਾ ਲਾਭ ਹੋ ਗਿਆ। ਉਹ ਸੇਠ ਸੇਬ, ਸੰਤਰਾ, ਕੇਲਿਆਂ ਦਾ ਵੱਡਾ ਥੈਲਾ ਭਰ ਕੇ ਗਿਆ। ਸੰਤ ਜੀ ਨੇ ਇੱਕ ਟੋਕਰੇ ਵਿੱਚ ਪਾ ਦਿੱਤੇ ਜਿਸ ਵਿੱਚ ਫਲ ਪ੍ਰਸ਼ਾਦ ਰੱਖਦੇ ਸਨ। ਸੇਠ 2 ਦਿਨ ਬਾਅਦ ਗਿਆ ਤਾਂ ਟੋਕਰਾ ਫਲਾਂ ਨਾਲ ਭਰਿਆ ਸੀ।
ਕੁਝ ਪ੍ਰਸ਼ਾਦ ਸੰਤ ਨੇ ਭਗਤਾਂ ਨੂੰ ਵੰਡ ਦਿੱਤਾ। ਕੁਝ ਭਗਤ ਫਲ ਪ੍ਰਸ਼ਾਦ ਲਿਆਏ, ਉਹ ਟੋਕਰੇ ਵਿੱਚ ਪਾ ਦਿੱਤੇ। ਸੇਠ ਨੇ ਸੰਤ ਤੋਂ ਕਿਹਾ ਕਿ ਮਹਾਰਾਜ ਆਪ ਫਲ ਕਿਉਂ ਨਹੀਂ ਖਾਂਦੇ? ਸੰਤ ਜੀ ਬੋਲੇ ਕਿ ਮੈਨੂੰ ਮੌਤ ਦਿਖਾਈ ਦਿੰਦੀ ਹੈ, ਇਸ ਲਈ ਖਾਧਾ ਨਹੀਂ ਜਾਂਦਾ। ਸੇਠ ਨੇ ਪੁੱਛਿਆ ਮਹਾਰਾਜ ਕਦ ਜਾ ਰਹੇ ਹੋ ਸੰਸਾਰ ਤੋਂ? ਸੰਤ ਜੀ ਬੋਲੇ ਅੱਜ ਤੋਂ 40 ਸਾਲ ਬਾਅਦ ਮੇਰੀ ਮ੍ਰਿਤੂ ਹੋਏਗੀ। ਸੇਠ ਬੋਲੇ ਹੈ ਮਹਾਰਾਜ ਉਂਝ ਤਾਂ ਸਭ ਨੇ ਮਰਨਾ ਹੈ, ਫਿਰ ਕਿਉਂ ਡਰਨਾ? ਇਹ ਵੀ ਕੋਈ ਗੱਲ ਹੋਈ? ਇਸ ਤਰ੍ਹਾਂ ਤਾਂ ਆਮ ਆਦਮੀ ਵੀ ਨਹੀਂ ਡਰਦਾ। ਤੁਸੀਂ ਕੀ ਗੱਲ ਕਰਦੇ ਪਏ ਹੋ? ਸੇਠ ਜੀ ਦੂਸਰੇ ਤੀਸਰੇ ਦਿਨ ਆਵੇ ਅਤੇ ਇਸੇ ਤਰ੍ਹਾਂ ਦੀ ਗੱਲ ਕਰੇ। ਉਸ ਨਗਰੀ ਦਾ ਰਾਜਾ ਵੀ ਉਸ ਸੰਤ ਜੀ ਦਾ ਭਗਤ ਸੀ। ਸੰਤ ਜੀ ਨੇ ਰਾਜਾ ਨਾਲ ਕਿਹਾ ਕਿ ਆਪ ਦੀ ਨਗਰੀ ਵਿੱਚ ਕਰੋੜੀਮਲ ਸੇਠ ਹੈ, ਚੰਦਨ ਦੀ ਲੱਕੜੀ ਦੀ ਦੁਕਾਨ ਹੈ, ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਵੋ ਅਤੇ 1 ਮਹੀਨੇ ਬਾਅਦ ਚਾਂਦਨੀ ਚੌਦਸ ਨੂੰ ਫਾਂਸੀ ਦਾ ਦਿਨ ਰੱਖ ਦੇਵੋ। ਜੇਲ੍ਹ ਵਿੱਚ ਸੇਠ ਦੀ ਕੋਠੀ ਯਾਨੀ ਕਖਸ਼ ਵਿੱਚ ਫਲਾਂ ਦੀ ਟੋਕਰੀ ਭਰੀ ਰਹੇ ਤੇ ਦੁੱਧ ਦਾ ਲੋਟਾ 1 ਸੇਰ ਯਾਨੀ 1 ਕਿਲੋਲੀਟਰ ਦਾ ਭਰਿਆ ਰਹੇ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 35। ਖਾਣ ਨੂੰ ਖੀਰ, ਹਲਵਾ, ਪੂਰੀ ਰੋਟੀ ਅਤੇ ਸਬਜ਼ੀ ਦੇਣਾ। ਰਾਜਾ ਨੇ ਆਗਿਆ ਦਾ ਪਾਲਣ ਕੀਤਾ। ਜੇਲ੍ਹ ਵਿੱਚ ਸੇਠ ਜੀ ਨੂੰ 20 ਦਿਨ ਬੰਦ ਹੋਏ ਹੋ ਗਏ। ਨਿਰਬਲ ਹੋ ਗਿਆ। ਸੰਤ ਜੇਲ੍ਹ ਵਿੱਚ ਗਿਆ, ਪ੍ਰਤੇਕ ਬੰਦੀ ਨੂੰ ਮਿਲਿਆ। ਸੇਠ ਜੀ ਨੂੰ ਦੇਖ ਕੇ ਸੰਤ ਨੇ ਪੁੱਛਿਆ ਕਿੱਥੋਂ ਦੇ ਰਹਿਣ ਵਾਲੇ ਹੋ? ਕੀ ਨਾਮ ਹੈ? ਸੇਠ ਬੋਲਿਆ ਹੈ ਮਹਾਰਾਜ ਆਪਨੇ ਪਹਿਚਾਣਿਆ ਨਹੀਂ, ਮੈਂ ਕਰੋੜੀਮਲ ਹਾਂ, ਚੰਦਨ ਦੀ ਦੁਕਾਨ ਵਾਲਾ। ਸੰਤ ਜੀ ਬੋਲੇ ਅਰੇ ਕਰੋੜੀਮਲ ਤੁਸੀਂ ਦੁਰਬਲ ਕਿਵੇਂ ਹੋ ਗਏ? ਕੁਝ ਖਾਂਦੇ ਪੀਂਦੇ ਨਹੀਂ? ਅਰੇ ਫਲਾਂ ਦੀਆਂ ਟੋਕਰੀਆਂ ਵੀ ਭਰੀਆਂ ਹਨ, ਦੁੱਧ ਦਾ ਲੋਟਾ ਭਰਿਆ ਹੈ, ਥਾਲੀ ਵਿੱਚ ਹਲਵਾ ਖੀਰ ਰੱਖੀ ਹੈ। ਸੇਠ ਜੀ ਬੋਲੇ ਹੈ ਮਹਾਰਾਜ ਮੌਤ ਦੀ ਸਜ਼ਾ ਸੁਣਾ ਰੱਖੀ ਹੈ, ਕਸਮ ਖਾ ਕੇ ਕਹਿੰਦਾ ਹਾਂ ਕਿ ਮੈਂ ਨਿਰਦੋਸ਼ ਹਾਂ, ਬਚਾ ਲਿਓ ਮਹਾਰਾਜ, ਮੇਰੇ ਛੋਟੇ ਛੋਟੇ ਬੱਚੇ ਹਨ। ਸੰਤ ਜੀ ਬੋਲੇ ਭਾਈ ਮਰਨਾ ਤਾਂ ਸਭ ਨੇ ਹੁੰਦਾ ਹੈ, ਫਿਰ ਕਿਉਂ ਡਰਨਾ? ਖਾ ਪੀ ਮੌਜ ਕਰ। ਸੇਠ ਜੀ ਨੇ ਸਲਾਖਾ ਵਿੱਚੋਂ ਹੱਥ ਕੱਢ ਕੇ ਚਰਨ ਫੜ ਲਏ, ਬਚਾ ਲਓ ਮਹਾਰਾਜ ਜੀ, ਕੁਝ ਖਾਧਾ ਪੀਤਾ ਨਹੀਂ ਜਾਂਦਾ, ਚਾਂਦਨੀ ਚੌਦਸ ਦੀ ਖੇਸ ਹੈ। ਸੰਤ ਜੀ ਨੇ ਬੋਲਿਆ ਸੇਠ ਕਰੋੜੀਮਲ ਜਿਵੇਂ ਅੱਜ ਤੈਨੂੰ ਚਾਂਦਨੀ ਚੌਦਸ ਨੂੰ ਮੇਰੀ ਤੋਂ ਨਿਸ਼ਚਿਤ ਦਿਖਾਈ ਦੇ ਰਹੀ ਹੈ, ਇਸ ਪ੍ਰਕਾਰ ਸਾਧੂ ਸੰਤਾਂ ਨੂੰ ਆਪਣੀ ਚਾਂਦਨੀ ਚੌਦਸ ਦਿਖਾਈ ਦਿੰਦੀ ਹੈ। ਚਾਹੇ 40 ਸਾਲ ਬਾਅਦ ਹੋਵੇ, ਆਪ ਅਧਿਆਤਮ ਗਿਆਨਹੀਣ ਪ੍ਰਾਣੀ ਮਸਤੀ ਮਾਰਦੇ ਹੋ ਅਤੇ ਅਚਾਨਕ ਮੌਤ ਹੋ ਜਾਂਦੀ ਹੈ, ਕੁਝ ਨਹੀਂ ਕਰ ਪਾਉਂਦੇ। ਇਸ ਤਰ੍ਹਾਂ ਹੀ ਮੈਨੂੰ ਮੇਰੀ ਤੋਂ ਦਾ ਦਿਨ ਦਿਖਾਈ ਦਿੰਦਾ ਹੈ ਜੋ 40 ਸਾਲ ਬਾਅਦ ਆਉਣਾ ਹੈ। ਇਸ ਕਾਰਨ ਕਰਕੇ ਖਾਣਾ ਪੀਣਾ ਠੀਕ ਠੀਕ ਹੀ ਲਿਆ ਜਾਂਦਾ ਹੈ। ਮਸਤੀ ਮਨ ਵਿੱਚ ਕਦੀ ਨਹੀਂ ਆਉਂਦੀ, ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ। ਆਪ ਦੀਆਂ ਗਿਆਨ ਦੀ ਅੱਖਾਂ ਉੱਪਰ ਅਗਿਆਨ ਦੀ ਪੱਟੀ ਬੰਨੀ ਹੈ ਜੋ ਸਤਸੰਗ ਵਿੱਚ ਖੋਲੀ ਜਾਂਦੀ ਹੈ, ਜਿਸ ਤੋਂ ਜਿਉਣ ਦੀ ਰਾਹ ਮਿਲ ਜਾਂਦੀ ਹੈ, ਮੋਕਸ਼ ਪ੍ਰਾਪਤ ਹੁੰਦਾ ਹੈ। ਸੰਤ ਨੇ ਰਾਜਾ ਨੂੰ ਕਹਿ ਕੇ ਸੇਠ ਨੂੰ ਬਰੀ ਕਰਵਾ ਦਿੱਤਾ। ਸੇਠ ਨੇ ਨਾਮ ਲੈ ਕੇ ਕਲਿਆਣ ਕਰਵਾਇਆ। ਵਿਆਹ ਦੇ ਬਾਅਦ ਦੀ ਯਾਤਰਾ। ਵਿਆਹ ਦੇ ਬਾਅਦ ਪਤੀ ਪਤਨੀ ਦਾ ਕਰਤੱਵ ਬਣ ਜਾਂਦਾ ਹੈ ਕਿ ਇੱਕ ਦੂਸਰੇ ਉੱਤੇ ਆਪਣਾ ਵਿਸ਼ਵਾਸ ਕਾਇਮ ਰੱਖਣ। ਭਾਵ ਅਰਥ ਹੈ ਕਿ ਦੋਨੋਂ ਜਤੀ ਸਤੀ ਦੀ ਮਰਿਆਦਾ ਦਾ ਨਿਰਵਾਹ ਕਰਨ। ਪਤੀ ਨੂੰ ਅਟਲ ਵਿਸ਼ਵਾਸ ਹੋਵੇ ਕਿ ਮੇਰੀ ਪਤਨੀ ਹੋਰ ਪੁਰਸ਼ ਨੂੰ ਕਦੀ ਸਮਰਪਿਤ ਨਹੀਂ ਹੋ ਸਕਦੀ, ਚਾਹੇ ਉਹ ਕਿੰਨਾ ਹੀ ਸੁੰਦਰ ਅਤੇ ਧੰਨੀ ਹੋਵੇ। ਇਸ ਪ੍ਰਕਾਰ ਪਤਨੀ ਨੂੰ ਅਟਲ ਵਿਸ਼ਵਾਸ ਹੋਵੇ ਕਿ ਮੇਰਾ ਪਤੀ ਹੋਰ ਔਰਤ ਤੋਂ ਪ੍ਰਭਾਵਿਤ ਹੋ ਕੇ ਮਿਲਣ ਨਹੀਂ ਕਰ ਸਕਦਾ, ਚਾਹੇ ਸਵਰਗ ਤੋਂ ਕੋਈ ਅਪਸਰਾ ਵੀ ਆ ਜਾਏ। ਕਥਾ। ਇੱਕ ਫੌਜੀ ਜਵਾਨ ਸੀ, ਉਸਦੀ ਪਤਨੀ ਸਤੀ ਯਾਨੀ ਪਤੀਵਰਤਾ ਸੀ। ਇਹ ਗੱਲ ਉਸਨੇ ਆਪਣੇ ਸਾਥੀਆਂ ਨੂੰ ਫੌਜ ਵਿੱਚ ਦੱਸ ਦਿੱਤੀ। ਇਹ ਗੱਲ ਰਾਜਾ ਦੇ ਮੰਤਰੀ ਸ਼ੇਰ ਖਾਨ ਯਾਨੀ ਮੁਸਲਮਾਨ ਦੇ ਕੋਲ ਪਹੁੰਚੀ ਤਾਂ ਉਸਨੇ ਰਾਜਾ ਨੂੰ ਦੱਸੀ ਅਤੇ ਇਸ ਝੂਠ ਸੱਚ ਦੀ ਜਾਂਚ ਕਰਨ ਦੀ ਪ੍ਰਾਰਥਨਾ ਕੀਤੀ। ਰਾਜਾ ਨੇ ਸਭਾ ਲਗਾਈ ਅਤੇ ਉਸ ਫੌਜੀ ਚਾਪ ਸਿੰਘ ਚੌਹਾਨ ਨੂੰ ਬੁਲਾਇਆ। ਸਭਾ ਵਿੱਚ ਰਾਜਾ ਨੇ ਪੁੱਛਿਆ ਕਿ ਆਪ ਕਹਿ ਰਹੇ ਹੋ ਕਿ ਆਪ ਦੀ ਪਤਨੀ ਪਤੀਵਰਤਾ ਹੈ, ਉਹ ਹੋਰ ਪੁਰਸ਼ ਨਾਲ ਕਿਸੇ ਲਾਲਚ ਵਿੱਚ ਮਿਲਣ ਨਹੀਂ ਕਰ ਸਕਦੀ। ਰਾਜਾ ਨੇ ਕਿਹਾ ਕਿ ਜੇਕਰ ਝੂਠ ਪਾਈ ਤਾਂ ਫੌਜੀ ਚਾਪ ਸਿੰਘ ਨੇ ਕਿਹਾ ਕਿ ਜੋ ਸਜ਼ਾ ਆਪ ਦਿਓਗੇ ਮਨਜ਼ੂਰ ਹੋਏਗੀ।